ਸਾਨੂੰ ਉਹੀ ਕਾਸਟ ਸਿਸਟਮ ਦੇ ਫਸਾ ਦਿੱਤਾ ਗਿਆ ਜਿਹੜਾ ਪੰਜਾਬ ਕਾਸਟ ਮੰਨਦਾ ਨਹੀਂ ਸੀ। ਜਿਹੜੇ ਸਾਨੂੰ ਗੁਰੂ ਸਾਹਿਬ ਨੇ ਕਾਸਟ ਤੋਂ ਵਰਜਿਤ ਕੀਤਾ ਸੀ, ਸਾਨੂੰ ਕਿਹਾ ਸੀ ਮਾਨਸ ਕੀ ਜਦ ਸਭੇ ਕੇ ਪਹਿਚਾਨ। ਉਹਦੇ ਵਿੱਚ ਫਸਾ ਕੇ ਸਾਨੂੰ ਊਚ ਨੀਚ 'ਚ ਫਸਾਤਾ ਵੀ ਇਹ ਐਸੀ ਭਾਈਚਾਰਾ ਹੈ, BC ਹੈ, ਇਹ ਜਨਰਲ ਕੈਟਾਗਰੀ ਹੈ, ਫਲਾਣਾ ਹੈ ਫਲਾਣਾ ਹੈ, ਜਦਕਿ ਸਾਨੂੰ ਗੁਰੂ ਸਾਹਿਬ ਦਾ ਸੰਦੇਸ਼ ਹੈ ਹੀ ਨਹੀਂ। ਤੇ ਉਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਜਿਹੜੀ ਅਕਾਲੀ ਦਲ ਨੂੰ ਜਿਹੜੀਆਂ ਉਸ ਟਾਈਮ ਕਰਨੀਆਂ ਚਾਹੀਦੀਆਂ ਸੀ ਨਹੀਂ ਕਰ ਪਾਈਆਂ। ਨਸ਼ੇ ਦੇ ਉੱਤੇ ਬੜਾ ਵੱਡਾ ਇਲਜ਼ਾਮ ਲੱਗਾ, ਜਦਕਿ ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ ਹੈ। ਜੇ 10 ਸਾਲ ਦੀ ਸਰਕਾਰ ਦੇ ਵਿੱਚ ਜੇ ਨਸ਼ੇ ਦੇ ਸੁਦਾਗਰ ਨੂੰ ਫੜ ਕੇ ਆਪਾਂ ਬਾਹਰ ਲੈ ਆਉਂਦੇ, ਸੱਚਾਈਆਂ ਬਾਹਰ ਕੱਢ ਲੈਂਦੇ, ਜਾਂ ਜਿਹੜੀ ਧਰਮਾਂ ਦੀਆਂ ਲੜਾਈਆਂ ਪਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਜ਼ਿੰਮੇਵਾਰੀ ਬਣਦੀ ਸੀ ਨਹੀਂ ਕਰ ਪਾਏ। ਤੇ ਮੈਂ ਸਮਝਦਾ ਉਹਦਾ ਇੱਕ ਬਦਲਾਵ ਸੀਗਾ, ਲੋਕ ਇੱਕ ਗੁੱਸਾ ਸੀ ਅੰਦਰ, ਫਰਸਟ੍ਰੇਸ਼ਨ ਸੀ। ਉਹ ਫਰਸਟ੍ਰੇਸ਼ਨ ਦੇ ਰੂਪ 'ਚ ਇੱਕ ਬਦਲਾਵ ਚਾਹੁੰਦੇ ਸੀ। ਜਿਹੜੀ ਆਮ ਆਦਮੀ ਪਾਰਟੀ ਹੈ, ਮੈਂ ਉਹ ਤੁਸੀਂ ਰਿਸਰਚ ਕਰਕੇ ਦੇਖ ਲਓ, ਉਹ ਮੁੱਦਿਆਂ ਦੀ ਰਾਜਨੀਤੀ ਕਰਦੇ ਆ, ਮੁੱਦਿਆਂ ਨੂੰ ਹੱਲ ਕਰਨ ਦੀ ਰਾਜਨੀਤੀ ਨਹੀਂ। ਮੈਂ ਸਮਝਦਾ ਕਿ ਜੇ ਅੱਜ ਵੀ ਇਲੈਕਸ਼ਨ ਦੁਬਾਰਾ ਕਿਤੇ ਵਿਧਾਨ ਸਭਾ ਦੀ, ਇਹ ਤਾਂ ਚਲੋ ਵਿਸ਼ਵਾਸ ਸੱਤਰ ਇਹਨਾਂ ਨੇ ਲੈ ਆਂਦਾ, ਜਦ ਕਿ ਕਿਸੇ ਨੇ ਡਿਮਾਂਡ ਨਹੀਂ ਕੀਤੀ ਸੀ। ਉਹ ਇਹਨਾਂ ਦੀ ਆਪਣੀ ਇੰਟਰਨਲ ਲੜਾਈ ਹੋ ਸਕਦੀ। ਜੇ ਕਿਤੇ ਦੁਬਾਰਾ ਚੋਣਾਂ ਹੋ ਜਾਣ, ਫਿਰ ਵਿਸ਼ਵਾਸ ਜਿੱਤਣਾ, ਲੋਕਾਂ ਤੋਂ ਵਿਸ਼ਵਾਸ ਮੰਗਣ, ਤੇ ਮੈਂ ਸਮਝਦਾ ਲੋਕੀ ਵਿਸ਼ਵਾਸ ਹੁਣ ਦੇਣਗੇ। ਮਾਰੇ ਗਏ ਸਿੱਖਾਂ ਦੀ ਪੱਗ ਜਿਹੜੀ ਸ਼ਹਾਦਤਾਂ ਦੇ ਵਿੱਚ ਸਭ ਤੋਂ ਵੱਡੀ ਸੀਗੀ, ਜਿਨ੍ਹਾਂ ਨੇ ਦੇਸ਼ ਦਾ ਆਜ਼ਾਦ, ਚਾਹੇ ਮੁਗਲਾਂ ਤੋਂ ਆਜ਼ਾਦ ਕਰਾਇਆ, ਚਾਹੇ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ, ਸਭ ਤੋਂ ਵੱਡੀ ਉਹਨਾਂ ਦੀ ਸ਼ਹਾਦਤ ਬਾਰ ਪੱਗਾਂ ਨੂੰ ਰੋਲਿਆ ਗਿਆ। ਕੋਸ਼ਿਸ਼ ਕੀਤੀ ਕਿ ਵੀ ਪੱਗਾਂ ਨੂੰ ਮਾੜਾ ਦਿਖਾਇਆ ਜਾਵੇ, ਵੀ ਇਸ ਦੇਸ਼ 'ਚ ਜਿੱਦਾਂ ਮੁਗਲਾਂ ਨੇ ਕੀਤਾ ਸੀ ਵੀ ਸ਼ੇਰੀ ਕਲਮ ਕਰ ਦਿਓ, ਵੀ ਧਰਮ ਦੂਜਾ ਰਵੇ ਨਾ। ਇਹੀ ਕੰਮ ਕਾਂਗਰਸ ਨੇ ਕੀਤਾ। ਕਿ ਜਦੋਂ ਪਾਸਪੋਰਟ ਬਣਦਾ ਕਿ ਸਾਡਾ ਰੰਗ ਅਲੱਗ ਕਰਕੇ ਸਾਨੂੰ ਗੁਲਾਮ ਲਿਖਿਆ ਜਾਂਦਾ, ਸੇਮ ਪਾਸਪੋਰਟ ਉਹਨਾਂ ਦਾ ਬਣਦਾ, ਸੇਮ ਪਾਸਪੋਰਟ ਸਾਡਾ ਬਣਦਾ। ਇਸ ਦੇਸ਼ ਦੇ ਵਿੱਚ ਜਿਹੜੀਆਂ ਕੰਮ ਨਹੀਂ ਹੋਏ ਸੀ, ਸੱਜਣ ਕੁਮਾਰ ਵਰਗੇ 84 ਦੇ ਕਾਤਲਾਂ ਨੂੰ ਅੰਦਰ ਸਿੱਟਿਆ ਮੋਦੀ ਸਾਹਿਬ ਨੇ। ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਅਸੀਂ ਕਿੰਨੇ ਸਮੇਂ ਤੋਂ ਅਰਦਾਸਾਂ ਕਰਦੇ ਆ ਰਹੇ ਸੀ, ਉਹ ਲਾਂਘਾ ਖੋਲ੍ਹਿਆ। ਸਾਡੇ ਸਿੱਖਾਂ ਦੀ ਜਿਹੜੀ ਕਾਲੀ ਸੂਚੀ ਕਾਂਗਰਸ ਵੱਲੋਂ ਬਣਾਈ ਗਈ ਸੀ, ਉਹ ਕਾਲੀ ਸੂਚੀ ਖਤਮ ਕੀਤੀ। ਜਿਸ ਲਾਲ ਕਿਲ੍ਹੇ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਫਰਮਾਨ ਕੀਤਾ ਗਿਆ ਸੀ, ਉਸ ਲਾਲ ਕਿਲ੍ਹੇ ਦੇ ਵਿੱਚ 400 ਸਾਲਾਂ ਦੇ ਝੰਡੇ ਝੂਲੇ ਨਾ, ਨਿਸ਼ਾਨ ਸਾਹਿਬ ਝੂਲੇ ਨਾ, ਗੁਰੂ ਸਾਹਿਬ ਆਪ ਬਿਰਾਜਮਾਨ ਹੋਏ ਨਾ, ਜੈਕਾਰੇ ਉੱਥੇ ਲੱਗੇ ਨਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬ ਟੂਡੇ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਸਾਡੇ ਨਾਲ ਨੇ ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੀਪ ਜੀ, ਪੰਜਾਬ ਦੇ ਵਿੱਚ ਰਾਜਨੀਤਿਕ ਸਮਾਜਿਕ ਮਾਹੌਲ ਕੀ ਬਣਿਆ ਹੋਇਆ ਤੇ ਕੀ ਹੋਣਾ ਚਾਹੀਦਾ? ਦੇਖੋ, ਗੱਲ ਇੱਦਾਂ ਵੀ ਜਿਹੜਾ ਪੰਜਾਬ ਹੈ, ਪੰਜਾਬ ਦੇ ਵਿੱਚ ਜਿਹੜਾ ਸਮਾਜਿਕ ਤਾਣਾ ਬਾਣਾ, ਜੇ ਪਿਛਲੀ ਗੱਲ ਕਰੀਏ, ਮੁਗਲਾਂ ਦੀ ਗੱਲ ਕਰੀਏ, ਸਾਡੇ ਸਿਰਾਂ ਤੇ ਮੁੱਲ ਪਏ ਜੀ, ਪਰ ਸਾਡਾ ਸਾਡਾ ਈਮਾਨ, ਸਾਡਾ ਧਰਮ, ਸਾਡਾ ਸਮਾਜ ਚੱਲਿਆ। ਕਿਉਂ ਚੱਲਿਆ? ਸਾਨੂੰ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸੀਗਾ, ਉਸ 'ਤੇ ਚੱਲੇ ਸੀਗੇ ਅਸੀਂ। ਪਰ ਮੈਂ ਸਮਝਦਾ ਕਿ ਜਦੋਂ ਮੈਂ ਪਿਛਲੇ ਇਤਿਹਾਸ ਪੜ੍ਹਦਾ ਨਾ, ਚਾਹੇ ਸਿਰਾਂ ਦੇ ਮੁੱਲ ਪਏ ਮੁਗਲਾਂ ਦੇ, ਪਰ ਅਸੀਂ ਆਪਣੇ ਧਰਮ ਪ੍ਰਤੀ ਬੜੇ ਇਮਾਨਦਾਰ ਸੀ। ਸਾਡਾ ਧਰਮ ਕੀ ਸੀਗਾ? ਗੁਰਬਾਣੀ ਕਹਿੰਦੀ ਹੈ, ਸੁਖਮਨੀ ਸਾਹਿਬ ਦੀ ਤੋਕਾ ਪੰਜਵੇਂ ਪਾਤਸ਼ਾਹ ਵੱਲੋਂ, ਸਰਬ ਧਰਮ ਮੇਂ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜੀ, ਵੀ ਚੰਗਾ ਕਰਮ ਕਰ ਲਾ, ਪਰਮਾਤਮਾ ਦਾ ਨਾਮ ਜਪ ਲਾ। ਇਸ ਧਰਮ ਦੇ ਉੱਤੇ ਚੱਲਦੇ ਸੀ, ਸਮਾਜ ਨੂੰ ਜੋੜਨ ਲਈ ਗੱਲ ਕਰਦੇ ਸੀਗੇ। ਪਰ ਅੰਗਰੇਜ਼ਾਂ ਨੇ, ਜਦੋਂ ਅੰਗਰੇਜ਼ ਆਏ ਨਾ, ਦੇਖੋ ਉਹਨਾਂ ਨੇ ਦੇਖਿਆ ਵੀ ਪੜ੍ਹੀ ਲਿਖੀ ਕੌਮ ਕਿਹੜੀ ਆ। ਉਹਨਾਂ ਨੇ ਦੇਖਿਆ ਪੰਜਾਬੀ ਪੜ੍ਹੀ ਲਿਖੀ ਕੌਮ ਹੈ, ਸਿੱਖ ਪੜ੍ਹੀ ਲਿਖੀ ਕੌਮ ਹੈ। ਉਹਨਾਂ ਨੇ ਸਾਡੇ ਦਿਮਾਗ 'ਤੇ ਕਬਜ਼ਾ ਕੀਤਾ। ਮੁਗਲਾਂ ਨੇ ਸਾਡੇ ਸਿਰਾਂ 'ਤੇ ਸਿਰ ਲਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਸਿਰਾਂ ਦੇ ਉੱਤੇ ਕਬਜ਼ਾ ਕੀਤਾ ਜੀ। ਤੇ ਉਹ ਮੈਂ ਸਮਝਦਾ ਕਿ ਅਸੀਂ ਉਸ ਤਾਣੇ ਬਾਣੇ ਦੇ ਵਿੱਚ ਕਈ ਚੀਜ਼ਾਂ ਅਸੀਂ ਹੁਣ ਉਸ ਵਰਤਾਰੇ ਦੇ ਵਿੱਚ ਆ ਗਏ। ਅਸੀਂ ਆਪਣੀ ਕੌਮ ਨੂੰ ਅੱਜ ਜਿਹੜੀ ਪੰਜਾਬ, ਜਿਹੜਾ ਸਾਡਾ ਸਭ ਤੋਂ 1 ਨੰਬਰ ਦਾ ਸੂਬਾ ਸੀਗਾ, ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਜਦੋਂ ਰਾਜ ਦੀ ਵੰਡ ਕੀਤੀ ਹੈ, ਉਹਦੇ ਵਿੱਚ ਸਾਡਾ ਪੰਜਾਬ ਵੰਡਿਆ ਗਿਆ। ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਸਾਡੇ ਪੰਜਾਬ ਦੇ ਟੋਟੇ ਕਰਤੇ। ਜਿਹੜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ, ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਵੱਲੋਂ, ਜਰਨੈਲ ਜ਼ੋਰਾਵਰ ਸਿੰਘ ਵੇਲੇ ਜਿਹੜਾ ਤਿੱਬਤ ਤੱਕ ਵਸਿਆ ਸੀ, ਉੱਧਰੋਂ ਸਿੰਧ ਨਦੀ ਤੱਕ ਵਸਿਆ ਹੋਇਆ ਸੀਗਾ, ਅਤੇ ਇੱਧਰੋਂ ਤੁਸੀਂ ਦੇਖੋ ਸਰਸਵਤੀ ਨਦੀ ਤੱਕ, ਗੁੜਗਾਵਾਂ ਵਿੱਚ ਆਉਂਦਾ ਸੀ, ਸ਼ਿਮਲਾ ਵਿੱਚ ਆਉਂਦਾ ਸੀ। ਪਹਿਲਾਂ ਪੰਜਾਬ ਦੇ 2 ਟੁਕੜੇ ਹੋਏ। ਫਿਰ ਸਮੇਂ ਦੇ ਹਾਕਮਾਂ ਨੇ ਜਦੋਂ ਅੰਗਰੇਜ਼ੀ ਰਾਜ ਨੇ 2 ਰਾਜਾਂ 'ਚ ਵੰਡਤਾ, ਉਸ ਤੋਂ ਬਾਅਦ ਕੁਛ ਛੋਟੀ ਸਿਆਸਤ ਕਹਿੰਦੇ, ਛੋਟੀ ਸੋਚ ਨੇ ਸਾਡੇ ਪੰਜਾਬ ਦੇ ਅੰਦਰ, ਆਜ਼ਾਦ ਦੇਸ਼ ਦੇ ਵਿੱਚ ਵੀ ਪੰਜਾਬ ਦੇ 3 ਟੁਕੜੇ ਕਰ ਦਿੱਤੇ। ਅਤੇ ਮੈਂ ਸਮਝਦਾ ਉਹਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਨੀਤੀ ਸੀਗੀ, ਫੁੱਟ ਪਾਓ ਅਤੇ ਰਾਜ ਕਰੋ। ਚਿਹਰੇ ਤਾਂ ਬਦਲ ਗਏ ਜੀ, ਦੇਸ਼ ਆਜ਼ਾਦ ਹੋ ਗਿਆ, ਚਿਹਰੇ ਬਦਲ ਗਏ, ਪਰ ਮੈਂ ਸਮਝਦਾ ਚਿਹਰੇ ਬਦਲ ਗਏ, ਚਾਲ ਨਹੀਂ ਬਦਲੀ। ਸਾਨੂੰ ਉਹੀ ਕਾਸਟ ਸਿਸਟਮ ਦੇ ਫਸਾ ਦਿੱਤਾ ਗਿਆ ਜਿਹੜਾ ਪੰਜਾਬ ਕਾਸਟ ਮੰਨਦਾ ਨਹੀਂ ਸੀ। ਜਿਹੜੇ ਸਾਨੂੰ ਗੁਰੂ ਸਾਹਿਬ ਨੇ ਕਾਸਟ ਤੋਂ ਵਰਜਿਤ ਕੀਤਾ ਸੀ, ਸਾਨੂੰ ਕਿਹਾ ਸੀ ਮਾਨਸ ਕੀ ਜਦ ਸਭੇ ਕੇ ਪਹਿਚਾਨ।
ਉਹਦੇ ਵਿੱਚ ਫਸਾ ਕੇ ਸਾਨੂੰ ਊਚ ਨੀਚੇ ਫਸਾਤਾ ਵੀ ਇਹ ਐਸੀ ਭਾਈਚਾਰਾ ਹੈ, BC ਹੈ, ਇਹ ਜਰਨਲ ਕੈਟਾਗਰੀ ਹੈ, ਫਲਾਣਾ ਹੈ ਫਲਾਣਾ ਹੈ, ਜਦਕਿ ਸਾਨੂੰ ਗੁਰੂ ਸਾਹਿਬ ਦਾ ਇਹ ਸੰਦੇਸ਼ ਹੈ ਹੀ ਨਹੀਂ। ਜੀ ਗੁਰੂ ਸਾਹਿਬ ਨੇ ਤਾਂ ਸਾਰਿਆਂ ਨੂੰ ਪਿਆਰ ਤੇ ਸਾਰਿਆਂ ਨੂੰ ਗਲੇ ਲਾਇਆ। ਤੇ ਮੈਂ ਸਮਝਦਾ ਹੁਣ ਜਿਹੜੀ ਪੰਜਾਬ ਦੇ ਹਾਲਾਤ ਹੈ, ਸਭ ਤੋਂ ਪਹਿਲਾਂ ਜੇ ਸਮਾਜਿਕ ਗੱਲ ਕਰੀਏ, ਸਮਾਜਿਕ ਤਾਣਾ ਬਣਾ ਥੋੜਾ ਫਰਕ ਪਿਆ, ਆਪਰ 'ਚ ਕਈ ਵਖਰੇਵੇਂ ਪਏ ਆ। ਤੇ ਦੂਜੀ ਗੱਲ ਹੈ ਸਾਡੀ ਜਿਹੜੀ ਮੇਨ ਗੱਲ ਹੁੰਦੀ ਹੈ, ਦੇਖੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਬੜੇ ਸੋਹਣੇ 3 ਸੰਦੇਸ਼ ਦਿੱਤੇ ਆ। ਕਿਰਤ ਕਰੋ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਸਭ ਤੋਂ ਪਹਿਲਾਂ ਕਿਰਤ ਕਰੋ ਦਾ ਮਤਲਬ ਕਿਉਂ ਕਿਹਾ ਵੀ ਮਿਹਨਤ ਕਰਕੇ ਆਪਣੀ ਖਾਓ। ਜੀ ਤੇ ਹੁਣ ਜੇ ਮਿਹਨਤ ਪੰਜਾਬ ਦੇ ਵਿੱਚ ਦੱਸਣ ਨਾ ਕਿਹੜੀ ਇੰਡਸਟਰੀ ਐਡੀ ਵੱਡੀ ਆ ਗਈ ਹੈ, ਜਾਂ ਕਿਹੜੀ ਕਿਸਾਨੀ ਸੰਘਰਸ਼ ਵੀ ਬੜਾ ਲੰਬਾ ਚੱਲਿਆ, ਕਿਹੜੀ ਕਿਸਾਨੀ ਦੇ ਵਿੱਚ ਅਸੀਂ ਕਿਹੜੀਆਂ ਅਸੀਂ ਮੱਲਾਂ ਮਾਰ ਲੀਆਂ, ਜਿਹਦੇ ਵਿੱਚ ਸਾਡੇ ਅੱਜ ਬੱਚੇ ਇੱਥੇ ਰੁਕ ਜਾਣ। ਜੇ ਮੰਨ ਲਓ ਅਸੀਂ ਕਿਸਾਨੀ 'ਚ ਮੱਲਾਂ ਮਾਰ ਲੀਆਂ, ਬਿਜ਼ਨਸ 'ਚ ਵੀ ਮੱਲਾਂ ਮਾਰ ਲੀਆਂ, ਫਿਰ ਸਾਡੇ ਨੌਜਵਾਨ ਬਾਹਰ ਕਿਉਂ ਜਾ ਰਹੇ ਆ? ਜੇ ਨੌਜਵਾਨ ਬਾਹਰ ਜਾ ਰਹੇ ਇਟ ਮੀਨਸ ਕਿ ਸਾਡੀ ਜਿਹੜਾ ਸਟੇਟ ਹੈ ਕ੍ਰਾਈਸਿਸ 'ਚ ਹੈ। ਜੀ ਜੇ ਕਿਰਤ ਕਰਨ ਵੇਲੇ ਅਸੀਂ ਕ੍ਰਾਈਸਿਸ ਦੇ ਵਿੱਚ ਅਸੀਂ ਬਾਹਰ ਜਾ ਰਹੇ ਹਾਂ, ਫਿਰ ਜਦੋਂ ਕਿਰਤ ਨਹੀਂ ਹੋਊਗਾ ਸਾਡੇ ਢਿੱਡ 'ਚ, ਕਹਿੰਦੇ ਵੀ ਦਾਣਾ ਹੀ ਨਹੀਂ ਹੋਊਗਾ, ਤੇ ਫਿਰ ਉਹ ਨਾਮ ਜਪਣਾ ਵੀ ਔਖਾ ਹੋ ਜਾਊਗਾ। ਜਿਹੜਾ ਨਾਮ ਨਹੀਂ ਜਪੂਗਾ ਵੱਢ ਕਿੱਦਾਂ ਛਕੂਗਾ? ਠੀਕ ਹੈ, ਇੱਕ ਖਾਸੀਅਤ ਸਾਡੀ ਹੈਗੀ ਹੈ, ਜਦੋਂ ਮੈਂ ਕੋਈ ਬਾਹਰਲੇ ਨਾ ਗੁਜਰਾਤ ਤੋਂ, ਕਰਨਾਟਕਾ ਤੋਂ, ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਜਾਂ ਦੂਜੇ ਦੇਸ਼ਾਂ ਦੇ ਕਈ ਬੰਦੇ ਆਉਂਦੇ, ਕਨਵਰਸੇਸ਼ਨ ਕਰਨ ਦਾ ਮੌਕਾ ਮਿਲਦਾ, ਉਹ ਇਸ ਗੱਲ ਦੀ ਬੜੀ ਸਿਫਤ ਕਰਦੇ ਆ ਵੀ ਤੁਹਾਡੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਲੰਗਰ ਛਕਾਇਆ ਸਾਨੂੰ ਬੜਾ ਮਜ਼ਾ ਆਉਂਦਾ। ਬਾਹਰ ਜਗ੍ਹਾ ਜਾਂਦੇ ਆ, ਨਾ ਸਾਨੂੰ ਲੰਗਰ ਮਿਲਦਾ, ਨਾ ਰਹਿਣ ਦੀ ਜਗ੍ਹਾ ਮਿਲਦੀ। ਉਹ ਅਸੀਂ ਗੁਰੂ ਨਾਨਕ ਦੇ ਸਿਧਾਂਤ ਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਖੜੇ ਆ, ਪਰ ਸਮਾਜਿਕ ਤਾਣੇ ਬਾਣੇ ਦੇ ਉੱਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਜੋ ਰਾਜਨੀਤਿਕ ਮਾਹੌਲ ਪੰਜਾਬ ਦਾ ਬਣਿਆ ਹੋਇਆ ਹੈ, ਪੰਜਾਬ ਨੇ ਇਸ ਵਾਰੀ ਆਮ ਆਦਮੀ ਪਾਰਟੀ ਨੂੰ, ਕਾਂਗਰਸ ਤੇ ਅਕਾਲੀ ਦਲ ਤੋਂ ਇਲਾਵਾ ਤੀਜੀ ਧਿਰ ਨੂੰ ਸੱਤਾ ਤੇ ਬਿਠਾਇਆ, ਤੇ ਪੰਜਾਬ ਨੇ 92 MLA ਚੁਣ ਕੇ ਭੇਜੇ, ਉਹਨਾਂ ਦੇ ਪੂਰਾ ਵਿਸ਼ਵਾਸ ਉਹਨਾਂ ਤੇ ਦਿਖਾਇਆ। ਅਮਨਦੀਪ ਜੀ ਬੜਾ ਵੱਡਾ ਮੰਡੇਟ ਹੈ, 92 MLA ਬਹੁਤ ਵੱਡੀ ਗੱਲ ਹੈ ਜਿਤਨੇ। ਉਹਦਾ ਕਾਰਨ ਕੀ ਬਣਿਆ? ਕਾਰਨ ਇਹ ਸੀ ਜਿਹੜੀ ਕਾਂਗਰਸ ਦੀ ਜਿਹੜਾ ਪਿਛਲਾ ਰਾਜ ਸੀਗਾ 5 ਸਾਲ ਦਾ, ਉਹਦੇ ਵਿੱਚ ਕੁਝ ਵੀ ਨਹੀਂ ਕਰ ਪਾਏ। ਜਿਹੜੇ ਵਾਅਦੇ ਝੂਠੇ ਕੀਤੇ ਸੀਗੇ, ਮੈਂ ਸਮਝਦਾ ਬੜੇ ਝੂਠੇ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕਰ ਪਾਏ। ਲੋਕ ਫੈਡ ਅਪ ਸੀਗੇ। ਇਸ ਤੋਂ ਪਹਿਲਾਂ ਪਿੱਛੇ ਚੱਲ ਜਾਓ, 10 ਸਾਲ ਦਾ ਅਕਾਲੀ ਦਲ ਦਾ ਸਰਕਾਰ ਸੀਗੀ। ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਜਿੱਦਾਂ ਮੈਂ ਨਹੀਂ ਕਹਿੰਦਾ ਵੀ ਅਕਾਲੀ ਦਲ ਨੇ ਕਰਾਈ ਜੀ, ਪਰ ਅਕਾਲੀ ਦਲ ਦੇ ਰਾਜ ਤੇ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋ ਹੋਇਆ, ਲੋਕੀ ਕੁਛ ਸ਼ਬਦ ਕੁਛ ਵਰਤਦੇ, ਪਰ ਮੈਨੂੰ ਵਰਤਣਾ ਵੀ ਅੱਛਾ ਨਹੀਂ ਲੱਗਦਾ, ਕਿਉਂਕਿ ਗੁਰੂ ਸਾਡਾ ਸਰਵ ਵਿਆਪਕ ਹੈ। ਜਿਹੜੀ ਬਾਣੀ ਹੈ ਸਾਡੀ, ਸ਼ਬਦ ਗੁਰੂ ਹੈ, ਉਹ ਤਾਂ ਜੇ ਦਿਲ 'ਚ ਵਸ ਜਾਵੇ ਤੇ ਕੋਈ ਉਹਨੂੰ ਢਾਹ ਵੀ ਨਹੀਂ ਲਾ ਸਕਦਾ। ਪਰ ਚਲੋ ਜਿਹੜੇ ਕੋਈ ਸ਼ਬਦ ਵਰਤਦੇ, ਮੈਂ ਉਹਨਾਂ ਨੂੰ ਵੀ ਕਹੂੰਗਾ, ਬੇਨਤੀ ਕਰਾਂਗਾ ਕਿ ਇਹੋ ਜਿਹਾ ਸ਼ਬਦ ਨਹੀਂ ਵਰਤਣਾ ਚਾਹੀਦਾ। ਪਰ ਗੁਰੂ ਸਾਹਿਬ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਿਉਂ ਕੀਤੀ? ਕਿਉਂਕਿ ਧਰਮਾਂ ਦੀਆਂ ਲੜਾਈਆਂ ਪਾਉਣ ਦੀ ਕੋਸ਼ਿਸ਼ ਕੀਤੀ। ਕੁਝ ਲੋਕਾਂ ਨੇ ਆਪਣੀ ਸਿਆਸਤ ਦੇ ਮਕਾਨ ਪਿੱਛੇ, ਕੁਰਸੀਆਂ ਤੱਕ ਪਹੁੰਚਣ ਵਿੱਚ ਬਹੁਤ ਕੁਝ ਕੀਤਾ, ਤੇ ਉਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਜਿਹੜੀ ਅਕਾਲੀ ਦਲ ਨੂੰ ਜਿਹੜੀਆਂ ਉਸ ਟਾਈਮ ਕਰਨੀਆਂ ਚਾਹੀਦੀਆਂ ਸੀ, ਨਹੀਂ ਕਰ ਪਾਈਆਂ। ਨਸ਼ੇ ਦੇ ਉੱਤੇ ਬੜਾ ਵੱਡਾ ਇਲਜ਼ਾਮ ਲੱਗਾ, ਜਦਕਿ ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ ਹੈ। ਜੇ 10 ਸਾਲ ਦੀ ਸਰਕਾਰ ਦੇ ਵਿੱਚ ਜੇ ਨਸ਼ੇ ਦੇ ਸੁਦਾਗਰ ਨੂੰ ਫੜ ਕੇ ਆਪਾਂ ਬਾਹਰ ਲੈ ਆਂਦੇ, ਸੱਚਾਈਆਂ ਬਾਹਰ ਕੱਢ ਲੈਂਦੇ, ਜਾਂ ਜਿਹੜੀ ਧਰਮਾਂ ਦੀਆਂ ਲੜਾਈਆਂ ਪਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਜ਼ਿੰਮੇਵਾਰੀ ਬਣਦੀ ਸੀ, ਨਹੀਂ ਕਰ ਪਾਏ। ਤੇ ਮੈਂ ਸਮਝਦਾ ਉਹਦਾ ਇੱਕ ਬਦਲਾਵ ਸੀਗਾ। ਲੋਕ ਇੱਕ ਗੁੱਸਾ ਸੀ ਅੰਦਰ, ਫਰਸਟ੍ਰੇਸ਼ਨ ਸੀਗੀ, ਉਹ ਫਰਸਟ੍ਰੇਸ਼ਨ ਦੇ ਰੂਪ 'ਚ ਇੱਕ ਬਦਲਾਵ ਚਾਹੁੰਦੇ ਸੀ। ਜਿਹੜੀ ਆਮ ਆਦਮੀ ਪਾਰਟੀ ਹੈ, ਮੈਂ ਉਹ ਤੁਸੀਂ ਰਿਸਰਚ ਕਰਕੇ ਦੇਖ ਲਓ, ਉਹ ਮੁੱਦਿਆਂ ਦੀ ਰਾਜਨੀਤੀ ਕਰਦੇ ਆ, ਮੁੱਦਿਆਂ ਨੂੰ ਹੱਲ ਕਰਨ ਦੀ ਰਾਜਨੀਤੀ ਨਹੀਂ। ਮੁੱਦਿਆਂ ਦੀ ਉਹਨਾਂ ਨੇ ਰਾਜਨੀਤੀ ਕੀਤੀ। ਉਹਨਾਂ ਨੇ ਦੇਖਿਆ ਵੀ ਪੰਜਾਬ ਦੀ ਜਿਹੜੀ ਨਬਜ਼ ਕਿੱਥੇ ਹੈ। ਉਹ ਕਹਿੰਦੇ ਗੁਰੂ ਗ੍ਰੰਥ ਮਹਾਰਾਜ ਨੂੰ ਬਹੁਤ ਮੰਨਦੇ ਆ, ਉਹ ਗੁਰੂ ਮਹਾਰਾਜ ਦਾ ਮੁੱਦਾ ਲੈ ਆਂਦਾ। ਫਿਰ ਦੂਜੀ ਉਹਨਾਂ ਨੇ ਗੱਲ ਕੀਤੀ ਵੀ ਨਸ਼ੇ ਦਾ, ਕਿਉਂਕਿ ਪੰਜਾਬ ਚੜ੍ਹਦੀ ਕਲਾ ਦਾ ਪ੍ਰਤੀਕ ਸੀਗਾ, ਉਹਨੂੰ ਨਸ਼ੇ 'ਚ ਤੋਲਿਆ ਗਿਆ, ਤੇ ਫਿਰ ਉਹਨਾਂ ਨੇ ਉਹਦੇ ਉੱਤੇ ਰਾਜਨੀਤੀ ਕੀਤੀ ਤੇ ਲੋਕਾਂ ਦੀ ਭਾਵਨਾ ਨੂੰ ਕੈਸ਼ ਕੀਤਾ, ਮੁੱਦਿਆਂ ਨੂੰ ਕੈਸ਼ ਕੀਤਾ। ਉਹਦੀ ਮੰਡੇਟ ਇਹਨਾਂ ਨੂੰ 92 MLA ਤਾਂ ਮਿਲ ਗਏ। ਪਰ ਅਮਨਦੀਪ ਜੀ ਗੱਲ ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਹੁੰਦਾ, ਦੇਖੋ MLA ਬਣ ਜਾਣਾ, ਮੰਤਰੀ ਬਣ ਜਾਣਾ, CM ਬਣ ਜਾਣਾ, ਉਹ ਵੱਡੀ ਗੱਲ ਨਹੀਂ ਹੁੰਦੀ। ਵੱਡੀ ਗੱਲ ਹੁੰਦੀ ਉਸ ਅਹੁਦੇ ਤੇ ਰਹਿ ਕੇ ਲੋਕਾਂ ਦਾ ਪਿਆਰ ਜਿੱਤ ਲੈਣਾ, ਉਹ ਵੱਡੀ ਗੱਲ ਸੀ। ਜੇ ਭਗਵੰਤ ਮਾਨ ਜੀ 2 ਵਾਰੀ MP ਬਣੇ, ਇਹਦਾ ਮਤਲਬ ਲੋਕ ਉਹਨਾਂ ਤੋਂ ਖੁਸ਼ ਸੀਗੇ। MP ਬਣਾਇਆ, ਫਿਰ ਉਹਨਾਂ ਨੂੰ CM, 2 ਵਾਰੀ MP ਤੋਂ ਬਾਅਦ CM ਬਣਾਤਾ। ਪਰ CM ਬਾਅਦ ਤੋਂ ਬਾਅਦ ਇੱਕਦਮ ਸੰਗਰੂਰ ਦੇ ਵਿੱਚ ਚੋਣ ਕਿੱਦਾਂ ਹਾਰ ਗਏ? CM ਦਾ ਆਪਣਾ ਹਲਕਾ ਹੋਵੇ, ਉਹਦੇ ਵਿੱਚ MP ਦੀ ਇਲੈਕਸ਼ਨਾਂ 'ਚੋਂ ਆਪਾਂ ਕਿੰਨੀ ਪਿੱਛੇ 2 ਲੱਖ ਤੋਂ ਵੀ ਪਲੱਸ ਵੋਟਾਂ ਤੋਂ ਪਿੱਛੇ ਰਹਿ ਗਏ। ਥੋੜੇ ਜਿਹੇ 6 ਮਹੀਨੇ ਦੇ ਵਕਫੇ ਦੇ ਵਿੱਚ ਆਪਾਂ ਇੰਨਾ ਪਿੱਛੇ ਕਿਉਂ ਰਹਿ ਗਏ? ਕਿਉਂਕਿ ਜਿਹੜੀ ਪਹਿਲਾਂ ਲੋਕਾਂ ਨੇ ਉਮੀਦ ਲਗਾਈ ਸੀ, ਉਹ ਉਮੀਦ ਤੇ ਕਾਮਯਾਬ ਨਹੀਂ ਹੋਏ। ਲੋਕਾਂ ਨੂੰ ਬਹੁਤ ਵੱਡੇ ਸੁਪਨੇ ਇਹਨਾਂ ਨੇ ਦਿਖਾਤੇ, ਕਿਉਂਕਿ ਰਾਜਨੀਤੀ ਇਹਨਾਂ ਨੇ ਝੂਠੀ ਰਾਜਨੀਤੀ ਕੀਤੀ ਹੈ। ਤੇ ਉਹ ਰਾਜਨੀਤੀ ਦਾ ਸੰਗਰੂਰ ਦੇ ਵਿੱਚ ਇੱਕ ਮੈਂ ਕਹਿੰਦਾ ਟੀਜ਼ਰ ਇਹਨਾਂ ਨੂੰ ਦੇਖਣ ਨੂੰ ਮਿਲਿਆ, ਟ੍ਰੇਲਰ ਵੀ ਮਿਲ ਜੂਗਾ ਆਉਣ ਵਾਲੇ ਇਲੈਕਸ਼ਨਾਂ 'ਚ। ਲੋਕ ਮੈਂ ਸਮਝਦਾ ਕਿ ਹੁਣ ਬਹੁਤ ਤੰਗ ਹੈ ਆਮ ਆਦਮੀ ਪਾਰਟੀ ਤੋਂ। ਮੈਂ ਸਮਝਦਾ ਕਿ ਜੇ ਅੱਜ ਵੀ ਇਲੈਕਸ਼ਨ ਦੁਬਾਰਾ ਕਿਤੇ ਵਿਧਾਨ ਸਭਾ ਦੀ, ਇਹ ਤਾਂ ਚਲੋ ਵਿਸ਼ਵਾਸ ਸੱਤਰ ਇਹਨਾਂ ਨੇ ਲੈ ਆਂਦਾ, ਜਦ ਕਿ ਕਿਸੇ ਨੇ ਡਿਮਾਂਡ ਨਹੀਂ ਕੀਤੀ ਸੀ। ਉਹ ਇਹਨਾਂ ਦੀ ਆਪਣੀ ਇੰਟਰਨਲ ਲੜਾਈ ਹੋ ਸਕਦੀ। ਜੇ ਕਿਤੇ ਦੁਬਾਰਾ ਚੋਣਾਂ ਹੋ ਜਾਣ, ਫਿਰ ਵਿਸ਼ਵਾਸ ਜਿੱਤਣਾ, ਲੋਕਾਂ ਤੋਂ ਵਿਸ਼ਵਾਸ ਮੰਗਣ, ਤੇ ਮੈਂ ਸਮਝਦਾ ਲੋਕੀ ਵਿਸ਼ਵਾਸ ਹੁਣ ਦੇਣਗੇ ਨਹੀਂ ਇਹਨਾਂ ਨੂੰ।
ਤੁਸੀਂ ਹੁਣੇ ਗੱਲ ਕੀਤੀ ਸੀ ਕਿ ਧਰਮ ਦੀ ਰਾਜਨੀਤੀ ਤੇ ਰਾਜਨੀਤੀ ਦੇ ਵਿੱਚ ਧਰਮ ਨੂੰ ਲਿਆਂਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ, ਤੇ ਇਸ ਤਰ੍ਹਾਂ ਦੀ ਇੱਕ ਹੋਰ ਗੱਲ ਪੰਜਾਬ ਦੇ ਵਿੱਚ ਹੁਣ ਮੁੱਦਾ ਬਣੀ ਹੋਈ ਹੈ, ਉਹ ਹੈ ਖਾਲਿਸਤਾਨ ਦਾ ਮੁੱਦਾ, ਜੋ ਸਿਮਰਨਜੀਤ ਸਿੰਘ ਮਾਨ ਦਲ ਖਾਲਸਾ ਪਹਿਲਾਂ ਹੀ ਕਰ ਰਹੇ ਸੀ, ਡਿਮਾਂਡ ਕਰ ਰਹੇ ਆ, ਔਰ ਸਿਮਰਨਜੀਤ ਮਾਨ ਦਾ ਕਹਿਣਾ ਹੈ ਕਿ ਉਹ ਪੀਸਫੁਲੀ ਸੰਵਿਧਾਨਕ ਤੌਰ ਨਾਲ ਖਾਲਿਸਤਾਨ ਦੀ ਡਿਮਾਂਡ ਕਰਦੇ ਨੇ। ਤੇ ਇਸੇ ਤਰੀਕੇ ਨਾਲ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਦੁਬਈ ਤੋਂ, ਤੇ ਉਹਨਾਂ ਨੇ ਵੀ ਸ਼ਰੇਆਮ ਇਸੇ ਮੰਗ ਨੂੰ ਸਪੋਰਟ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਸੰਪੂਰਨ ਆਜ਼ਾਦੀ ਅਸੀਂ ਚਾਹੁੰਦੇ ਹਾਂ। ਹਰਮਨਦੀਪ ਜੀ ਦੇਖੋ, ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਠੀਕ ਹੈ, ਹਰ ਬੰਦੇ ਦੇ ਆਪਣੇ ਵਿਚਾਰ ਹੁੰਦੇ, ਇਸ ਦੇਸ਼ ਦੇ ਵਿੱਚ ਵਿਚਾਰਕ ਮਤਭੇਦ ਤਾਂ ਕਿਸੇ ਨੇ ਹੋ ਸਕਦੇ ਆ, ਪਰ ਕਿਸੇ ਨੂੰ ਕੀ ਹਥਿਆਰ ਚੱਕਣ ਦਾ ਹੈਗਾ ਵੀ ਉਹਦੇ ਵਿਚਾਰ ਠੀਕ ਨਹੀਂ ਆ ਮਾਰ ਦਿੱਤਾ ਜਾਵੇ। ਆ ਗੈਂਗਸਟਰ ਕਲਚਰ ਤੁਸੀਂ ਦੇਖਿਆ ਵੀ ਵਿਚਾਰ ਸਿੱਧੂ ਮੂਸੇਵਾਲੇ ਦੇ ਵਿਚਾਰ ਨਹੀਂ ਚੰਗੇ ਲੱਗੇ, ਉਹਨੂੰ ਮਾਰਤਾ। ਉਹ ਵਿੱਚ ਕਬੱਡੀ ਖਿਡਾਰੀ ਜਿਹੜੇ 4-5 ਸਾਡੇ ਮਾਰ ਦਿੱਤੇ ਗਏ। ਇਹ ਚੀਜ਼ ਤਾਂ ਜਾਇਜ਼ ਨਹੀਂ ਹੈ। ਜੇ ਗੁਰੂ ਸਾਹਿਬ ਦੀ ਗੱਲ ਕਰ ਲਈ ਨਾ, ਜੇ ਗੁਰੂ ਸਾਹਿਬ ਦੇ ਸਿਧਾਂਤ ਦੀ ਗੱਲ ਕਰ ਲਈਏ, ਤੇ ਗੁਰੂ ਨਾਨਕ ਸਾਹਿਬ ਨੇ ਤਾਂ ਜੋੜਨ ਦੀ ਗੱਲ ਕੀਤੀ ਹੈ, ਦਸਮ ਪਾਤਸ਼ਾਹ ਨੇ ਜੋੜਨ ਦੀ ਗੱਲ ਕੀਤੀ ਹੈ, 6ਵੇਂ ਪਾਤਸ਼ਾਹ ਨੇ ਵੀ ਜੋੜਨ ਦੀ ਗੱਲ ਕੀਤੀ ਹੈ। ਇਹ ਬਾਰ-ਬਾਰ ਸ਼੍ਰੀ ਸਾਹਿਬ ਦੀ ਗੱਲ ਕਰਦੇ ਵੀ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੇ ਸਿਧਾਂਤ ਦਿੱਤਾ, 10ਵੇਂ ਪਾਤਸ਼ਾਹ ਨੇ ਸ਼੍ਰੀ ਸਾਹਿਬ ਚੱਕੀ, ਪਰ ਕਦੀ ਉਹਨਾਂ ਦੇ ਇਤਿਹਾਸ ਵੀ ਤਾਂ ਫਰੋਲੋ ਨਾ, ਵੀ ਉਹਨਾਂ ਨੇ ਚੜ੍ਹਦੇ ਆਏ ਦਾ ਜਵਾਬ ਦਿੱਤਾ, ਕਿਸੇ ਤੇ ਚੜ੍ਹ ਕੇ ਨਹੀਂ ਗਏ। ਸਾਡਾ ਕੰਮ ਚੜ੍ਹਨਾ ਹੈ ਹੀ ਨਹੀਂਗਾ। ਖਾਲਸਾ ਕੀ ਹੈ? ਖਾਲਸਾ ਕਿ ਪਿਓਰ ਚੀਜ਼ ਹੈ। ਖਾਲਸਾ ਜੇ ਦਸਮ ਪਾਤਸ਼ਾਹ 70,000 ਤਾਂ 80,000 ਦੇ ਕਰੀਬ ਇਤਿਹਾਸ ਗਵਾਹ ਹੈ ਕਿ 70 ਤੇ 80,000 ਦੇ ਕਰੀਬ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਦੀ ਦਾਤ ਬਖਸ਼ੀ ਸੀ, ਉਦੋਂ 70,000 ਦਾ ਇਕੱਠ ਕੀਤਾ ਸੀਗਾ ਜੀ। ਕੋਈ ਟੈਲੀਫੋਨ ਤਾਂ ਨਹੀਂ ਸੀ ਉਦੋਂ, ਕੋਈ ਮੋਬਾਈਲ ਫੋਨ ਨਹੀਂ ਸੀ, ਕੋਈ ਕਾਰਾਂ ਗੱਡੀਆਂ ਨਹੀਂ ਸੀਗੀਆਂ, ਕੋਈ ਟੈਕਨੋਲੋਜੀ ਇਹੋ ਜਿਹੀ ਸੀ। ਇੰਨੇ ਬੰਦੇ ਇਕੱਠੇ ਕੀਤੇ, ਇਹਦਾ ਮਤਲਬ ਗੁਰੂ ਸਾਹਿਬ ਦਾ ਵਰਤਾਰਾ ਲੋਕਾਂ ਪ੍ਰਤੀ ਕੀ ਹੋਊਗਾ ਜੀ। ਸਨਾਤਨੀ ਲੋਕ ਵੀ ਇਕੱਠੇ ਹੋਏ, ਸਮੂਹ ਸਮਾਜ ਦੇ ਲੋਕ ਇਕੱਠੇ ਹੋਏ, ਉਹ ਇੰਨੇ ਇਕੱਠੇ ਹੋਣ ਤੋਂ ਬਾਅਦ 5 ਸਿਰ ਮੰਗੇ ਤੇ 5 ਸਿਰ ਆਏ। ਕਿ ਉੱਥੇ ਆਪਾਂ ਦੇਖਿਆ ਗਿਆ ਸੀ ਵੀ ਕਿਹੜੇ ਧਰਮ ਦਾ ਬੰਦਾ ਹੈ। ਹੁਣ 5 ਪਿਆਰਿਆਂ ਦੀ ਗੱਲ ਕੀਤੀ ਜਾਵੇ, ਇੱਕ ਪਿਆਰੇ ਸਾਡੇ ਲਾਹੌਰ ਤੋਂ ਸੀਗੇ, ਇੱਕ ਪਿਆਰੇ ਉੜੀਸਾ ਤੋਂ ਸੀਗੇ, ਇੱਕ ਪਿਆਰੇ ਗੁਜਰਾਤ ਤੋਂ ਆਏ, ਇੱਕ ਪਿਆਰੇ ਤੁਸੀਂ ਦੇਖੋ ਵੀ ਕਰਨਾਟਕਾ ਤੋਂ ਆਏ, ਇੱਕ ਪਿਆਰੇ ਯੂਪੀ ਤੋਂ ਆਏ। ਕਿਹਨੂੰ ਵੰਡ ਲਾਂਗੇ ਆਪਾਂ? ਕਿਹੜੇ ਪਿਆਰੇ ਨੂੰ ਵੰਡਾਂਗੇ? 5 ਪਿਆਰੇ ਪੂਰੇ ਦੇਸ਼ ਦੇ ਵਿੱਚੋਂ ਅਲੱਗ-ਅਲੱਗ ਜਗ੍ਹਾ ਦਾ। ਹੁਣ ਦਸਮ ਪਾਤਸ਼ਾਹ ਆਪ ਬਿਹਾਰ ਤੋਂ ਆਏ ਜੀ। ਹੁਣ ਆਪਾਂ ਕਿਹੜੇ ਇਹ ਜਿਹੜੇ ਖਾਲਿਸਤਾਨ ਵਰਡ ਜਿਹੜਾ ਦਿੱਤਾ ਗਿਆ, ਕਿਹੜਾ ਖਾਲਿਸਤਾਨ ਦੀ ਗੱਲ ਕਰਦੇ? ਖਾਲਿਸਤਾਨ ਤਾਂ ਜੇ ਗੁਰਬਾਣੀ ਦੇ ਸਿਧਾਂਤ ਦੀ ਗੱਲ ਕਰੀਏ, ਖਾਲਿਸਤਾਨ ਤਾਂ ਪਰਮਾਤਮਾ ਦਾ ਘਰ ਹੈ ਜੀ। ਜਿੱਥੇ ਗੁਰਬਾਣੀ ਇੱਕ ਸ਼ਬਦ ਬੜਾ ਸੋਹਣਾ ਆਉਂਦਾ, ਆਪਾਂ ਤਕਰੀਬਨ ਪੜ੍ਹਦੇ ਹਾਂ, ਪਈ ਪ੍ਰਾਪਤ ਮਾਨਕ ਦੇਰੀਆ, ਗੋਬਿੰਦ ਮਿਲਣ ਕੀ ਹੈ ਤੇਰੇ ਬਰੀਆ। ਕਹਿੰਦੇ ਇਹ ਜਿਹੜਾ ਤੇਰਾ ਜੀਵਨ ਮਿਲਿਆ, ਤੈਨੂੰ ਗੋਬਿੰਦ ਨੂੰ ਮਿਲਣ ਵਾਸਤੇ, ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ। ਗੋਬਿੰਦ ਮਿਲਣ ਕੀ ਤੇ ਬਈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ, ਕੇਵਲ ਨਾਮ ਦੀ ਗੱਲ ਕੀਤੀ ਹੈ। ਅਸੀਂ ਨਾਮ ਦੇ ਤਾਂ ਪੱਕੇ ਹੋਏ ਨਹੀਂ, ਅਸੀਂ ਨਾਮ ਦੇ ਪੱਕੇ ਨਹੀਂ। ਸ਼੍ਰੀ ਸਾਹਿਬ ਦੀ ਗੱਲ ਕਰਦੇ, ਕਹਿੰਦੇ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ, ਪੁਰਜਾ ਘਟ ਮੇਰੇ ਕਬੂ ਨਾ ਛੱਡ ਕੇ। ਤਾਂ ਆਪਾਂ ਬਾਰ-ਬਾਰ ਸ਼ਬਦ ਪੜ੍ਹਦੇ, ਬਿਲਕੁਲ ਪੜ੍ਹਨਾ ਚਾਹੀਦਾ, ਪਰ ਉਸ ਤੋਂ ਪਹਿਲਾਂ ਵੀ ਸ਼ਬਦ ਪੜ੍ਹ ਲਓ ਨਾ। ਹਰ ਰੰਗ ਲਾਗੋ ਇਸ ਜਗ ਮੇ ਸੋ ਕਹੀਏ ਤਾਂ ਸੂਰਾ, ਜਿਹਨੂੰ ਹਰੀ ਦਾ ਰੰਗ ਲੱਗ ਜਾਵੇ ਨਾ, ਉਹ ਸੂਰਾ। ਜਿੱਦਾਂ ਬਾਬਾ ਦੀਪ ਸਿੰਘ ਜੀ ਬਾਣੀ ਦੇ ਗਿਆਤਾ ਬਣੇ ਨਾ, ਬਾਣੀ ਅੰਦਰ ਰੋਮ ਚ ਜਦੋਂ ਵਸ ਗਈ, ਫਿਰ ਸੀਸ ਤਲੀ ਤੇ ਆਇਆ। ਅਸੀਂ ਪਹਿਲਾਂ ਹੀ ਅਸੀਂ ਕਹਿੰਦੇ ਵੀ ਸੀਸ ਦੇਣ ਨੂੰ ਤਿਆਰ ਆ, ਉਹ ਸੀਸ ਤਾਂ ਦੇ ਤਾ। ਜੇ ਆਪਾਂ ਅੰਮ੍ਰਿਤ ਦੀ ਦਾਤ ਆਪਾਂ ਲੈ ਲਈ ਤੇ ਫਿਰ ਸੀਸ ਆਪਾਂ ਦੇ ਕੇ ਲੈਂਦੇ ਆ ਜੀ। ਫਿਰ ਉਹ ਤੇ ਕਿੰਤੂ ਪਰੰਤੂ ਨਹੀਂ ਹੈਗਾ। ਫਿਰ ਸਮਾਜ ਦੇ ਭਲੇ ਲਈ ਖਾਲਸਾ ਜਦੋਂ ਬਣ ਜਾਂਦਾ ਨਾ, ਦੇਖੋ ਮੈਂ ਤਾਂ ਕਹਿੰਦਾ ਜਦੋਂ 5 ਕਕਾਰਾਂ ਦਾ ਧਾਰਨੀ ਬਣ ਜਾਂਦਾ, ਉਹਦਾ ਇੱਕੋ ਇੱਕ ਮਕਸਦ ਹੈ, ਸਮਾਜ ਦਾ ਭਲਾ। ਚੋ ਵਰਨਾ ਕੋ ਉਪਦੇਸ਼ ਸਾਂਝਾ, ਸਾਰਿਆਂ ਵਾਸਤੇ ਹੈ। ਇਹ ਜਿਹੜੇ ਲੋਕ ਕਹਿੰਦੇ ਆ ਨਾ, ਦੇਖੋ ਮੈਂ ਤਾਂ ਜਿਹੜੇ ਪੰਨੂ ਸਾਹਿਬ ਵਰਗੇ ਬਾਹਰੋਂ ਬੈਠ ਕੇ ਗੱਲ ਕਰਦੇ ਆ, ਮੈਂ ਉਹਨਾਂ ਨੂੰ ਪੁੱਛੂੰਗਾ ਕਿ ਉਹ ਇੱਥੇ ਆ ਕੇ ਰਹਿਣਗੇ ਬਾਅਦ ਚੋਂ? ਕਿ ਕਦੀ 80 ਤੇ 90 ਦੇ ਦਸ਼ਕ ਦੇ ਵਿੱਚ ਜਿਹੜੇ ਲੋਕ ਇਸ ਟਾਈਮ 'ਚ ਭੇਟ ਚੜ੍ਹੇ ਆ, ਚਾਹੇ ਉਹ 'ਚ ਸਿੱਖ ਮਰੇ, ਚਾਹੇ ਹਿੰਦੂ ਮਰੇ, ਮਰਿਆ ਤਾਂ ਇਨਸਾਨ ਹੀ ਹੈ ਨਾ, ਮਰਿਆ ਤਾਂ ਇਨਸਾਨ ਹੀ ਹੈ ਨਾ। ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਕਿੰਨੇ ਇਹੋ ਜਿਹੇ ਧਰਮੀ ਲੋਕ ਆ ਜਿਹੜੇ ਪ੍ਰਮਾਤਮਾ ਨਾਲ ਜੁੜ ਕੇ ਸੀ। ਕਿਹਨਾਂ ਨੇ ਸ਼ਹਾਦਤਾਂ ਦਿੱਤੀਆਂ? ਕੋਈ ਥੋੜ੍ਹੀ ਸ਼ਹਾਦਤ ਹੈ। ਸਨਾਤਨੀਆਂ ਦੀ ਵੀ ਸ਼ਹਾਦਤ ਹੈ, ਸਿੱਖਾਂ ਦੀ ਵੀ ਸ਼ਹਾਦਤ ਹੈ, ਹੋਰ ਤਰ੍ਹਾਂ ਭਾਈ ਕਬੀਰ ਜੀ ਦੀ ਬਾਣੀ। ਜਦੋਂ ਆਪਾਂ ਇੱਕ ਚੀਜ਼, ਮੈਂ ਦੇਖੋ ਅਮਨਦੀਪ ਜੀ ਗੱਲ ਕਰਦੇ, ਜਦੋਂ ਸਵੇਰੇ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ? ਸਭ ਤੋਂ ਪਹਿਲਾਂ ਆਪਾਂ ਮਹਾਰਾਜ ਦਾ ਸਿਰ ਤੇ ਸੁਸ਼ੋਭਿਤ ਕਰਦੇ ਹਾਂ ਜੀ। ਆਪ ਉਹਨਾਂ ਦੇ ਚਰਨ ਆਪਣੇ ਸਿਰ ਤੇ ਰੱਖਦੇ ਹਾਂ ਜੀ। ਉਹ 'ਚ ਗੁਰੂ ਸਾਹਿਬ ਦੀ ਬਾਣੀ ਵੀ ਹੈ, ਉਹ 'ਚ ਭਗਤਾਂ ਦੀ ਬਾਣੀ ਵੀ ਹੈ, ਉਹ 'ਚ ਭੱਟਾਂ ਦੀ ਵੀ ਬਾਣੀ ਵੀ ਹੈ, ਉਹ ਲੋਕਾਂ ਦੀ, ਭਗਤ ਫਰੀਦ ਜੀ ਦੀ ਵੀ ਹੈ, ਭਗਤ ਕਬੀਰ ਜੀ ਦੀ ਵੀ ਹੈ, ਭਗਤ ਰਵਿਦਾਸ ਜੀ ਦੀ ਵੀ ਹੈ। ਠੀਕ ਹੈ, ਉਹ ਕੀ ਕਰਦੇ ਹਾਂ ਆਪਾਂ? ਉਹਨਾਂ ਨੂੰ ਆਪਣੇ ਸਿਰ ਤੇ ਸੁਸ਼ੋਭਿਤ ਕਰਕੇ ਉਹਨਾਂ ਦੇ ਚਰਨ ਆਪਣੇ ਸਿਰ ਨੂੰ ਲਾਉਂਦੇ ਹਾਂ, ਨਿਵਾਉਂਦੇ ਹਾਂ ਨਾ। ਉਹਦੇ ਵਿੱਚ ਤਾਂ ਵਖਰੇਵਾ ਨਹੀਂ ਹੈਗਾ, ਉਹਦੇ 'ਚ ਕੋਈ ਵਖਰੇਵਾ ਹੈਗਾ? ਅਸੀਂ ਵਖਰੇਵੇਂ ਦੀ ਕਿਹੜੀ ਗੱਲ ਕਰਦੇ ਹਾਂ? ਤੇ ਜਿਹੜਾ ਮੈਂ 80-90 ਦਸ਼ਕ ਦੀ ਗੱਲ ਕਰਦੇ, ਜਿਹੜੇ ਬੰਦੇ ਚਲੇ ਗਏ,
ਕਦੀ ਉਹਨਾਂ ਦੇ ਘਰ 'ਚ ਜਾ ਕੇ ਕਿਸੇ ਨੇ ਰੋਟੀ ਪਾ ਕੇ ਦੇਖੀ ਆ ਵੀ ਉਹਨਾਂ ਦੇ ਘਰ 'ਚ ਕੀ ਹਾਲਾਤ? ਮੈਂ ਕਈਆਂ ਦੇ ਘਰ ਜਾਣਾ ਮੈਨੂੰ ਹੁੰਦਾ ਜੀ, ਤੇ ਕਈ ਵਾਰੀ ਨਾ ਇੰਜ ਲੱਗਦਾ ਵੀ ਅਸੀਂ ਪਤਾ ਨਹੀਂ ਕਿਹੜੇ ਪਾਸੇ ਤੁਰੇ ਜਾਂਦੇ ਆ। ਅਸੀਂ ਉਹਨਾਂ ਦੇ ਘਰ ਕਦੀ ਅੱਜ ਤੱਕ ਦੇਖਿਆ ਨਹੀਂ। 84 ਦੇ ਜਿਹੜੇ ਦਿੱਲੀ 'ਚ ਪੀੜਤ ਹੋਏ, ਬੋਕਾਰੋ 'ਚ ਪੀੜਤ ਹੋਏ, ਜਾਂ ਹੋਰ ਕਾਨਪੁਰ ਜਿੱਥੇ ਜਿੱਥੇ ਵੀ ਸਿੱਖ ਕਤਲੇਆਮ ਹੋਇਆ, ਲੋਕ ਕਹਿੰਦੇ ਦੰਗੇ ਨਹੀਂ ਸੀਗੇ, ਦੰਗੇ ਦੋ ਫਿਰਕਿਆਂ ਦੇ ਹੁੰਦੇ ਆ, ਇੱਕ ਕਤਲੇਆਮ ਸੀਗਾ, ਮਾਰੇ ਗਏ ਸੀ। ਇੱਕ ਪੋਲੀਟੀਕਲ ਸਾਜ਼ਿਸ਼ ਕਾਂਗਰਸ ਵੱਲੋਂ, ਮੈਂ ਤਾਂ ਮੂੰਹ ਤੇ ਕਹਿਣਾ, ਲੋਕੀ ਮੂੰਹ ਤੇ ਨਾਮ ਨਹੀਂ ਲੈਣਾ ਚਾਹੁੰਦੇ, ਬਿਲਕੁਲ ਕਾਂਗਰਸ ਵੱਲੋਂ ਜਦੋਂ ਇੰਦਰਾ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਦੇ ਇਸ਼ਾਰਿਆਂ ਤੇ, ਤੁਹਾਨੂੰ ਪਤਾ ਹੀ ਹੈ ਸੱਜਣ ਕੁਮਾਰ ਵਰਗੇ ਅੰਦਰ ਗਏ ਆ ਜੇਲ੍ਹਾਂ 'ਚ, ਸਾਰਾ ਕੁਝ ਪਤਾ, ਉਹਨਾਂ ਵੱਲੋਂ ਇੱਕ ਕੀਤਾ ਗਿਆ ਪੂਰੇ ਇੱਕ ਸਾਜ਼ਿਸ਼ ਤਹਿਤ ਡਰਾਮਾ ਕੀਤਾ ਗਿਆ, ਮਾਰੇ ਗਏ ਸਿੱਖਾਂ ਦੀ ਪੱਗ ਜਿਹੜੀ ਸ਼ਹਾਦਤਾਂ ਦੇ ਵਿੱਚ ਸਭ ਤੋਂ ਵੱਡੀ ਸੀਗੀ, ਜਿਨ੍ਹਾਂ ਨੇ ਦੇਸ਼ ਦਾ ਆਜ਼ਾਦ, ਚਾਹੇ ਮੁਗਲਾਂ ਤੋਂ ਆਜ਼ਾਦ ਕਰਾਇਆ, ਚਾਹੇ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ, ਸਭ ਤੋਂ ਵੱਡੀ ਉਹਨਾਂ ਦੀ ਸ਼ਹਾਦਤ ਬਾਰ ਪੱਗਾਂ ਨੂੰ ਰੋਲਿਆ ਗਿਆ। ਕੋਸ਼ਿਸ਼ ਕੀਤੀ ਕਿ ਵੀ ਪੱਗਾਂ ਨੂੰ ਮਾੜਾ ਦਿਖਾਇਆ ਜਾਵੇ ਵੀ ਇਸ ਦੇਸ਼ 'ਚ ਜਿੱਦਾਂ ਮੁਗਲਾਂ ਨੇ ਕੀਤਾ ਸੀ ਵੀ ਸੇਰੀ ਕਲਮ ਕਰ ਦਿਓ ਵੀ ਧਰਮ ਦੂਜਾ ਰਵੇ ਨਾ, ਇਹੀ ਕੰਮ ਕਾਂਗਰਸ ਨੇ ਕੀਤਾ। ਤੇ ਪਰ ਜਦੋਂ ਜਿਹੜੇ ਉਹ ਲੋਕ ਹੈ ਉਹਨਾਂ ਦੇ ਘਰ ਜਾ ਕੇ ਕਦੇ ਰੋਟੀ ਪਾਈ ਕਿਸੇ ਨੇ? ਜਿਹੜੇ ਤੱਤੇ ਬਿਆਨ ਦਿੱਤੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਜਾਂ ਤਾਂ ਗੁਰਬਾਣੀ ਪੜ੍ਹ ਲਓ। ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਫਿਰ ਵਖਰੇਵਾਂ ਹੈ ਹੀ ਨਹੀਂ, ਤੇ ਫਿਰ ਜੇ ਤੁਸੀਂ ਗੱਲ ਕਰਦੇ ਫਿਰ ਖਾਲਿਸਤਾਨ ਦੀ, ਉਸ ਦਾ ਪਰਮਾਤਮਾ ਦਾ ਘਰ ਹੈ, ਫਿਰ ਜਾਓ ਪਰਮਾਤਮਾ ਦਾ ਖਾਲਸ ਬਣ ਕੇ ਜਾਓ, ਉਹ ਫਿਰ ਜੀਵਨ ਤੁਹਾਡਾ ਐਡਾ ਉੱਚਾ ਹੋ ਜਾਵੇ। ਇੱਕ ਚੀਜ਼, ਇੱਕ ਵੱਡੀ ਅਮਦੀ ਜੀ ਹੋਰ ਗੱਲ ਕਰਨਾ, ਤੁਸੀਂ ਦੇਖੋ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਦਿੱਤੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਥੇਦਾਰ ਨਹੀਂ ਹੁੰਦੇ ਸੀ ਉਦੋਂ ਜੀ, ਆਪਣੇ ਜਥੇਦਾਰ ਸਿਸਟਮ ਨਹੀਂ ਸੀਗਾ, ਇਹ ਬਾਅਦ ਚੋਂ ਚਲੋ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ ਚੱਲਦੇ ਗਏ। ਉਦੋਂ ਕੌਮ ਦੇ ਆਪਣੇ ਆਪ ਹੀ ਸੀ, ਚਲੋ ਸਾਡੀਆਂ ਮਿਸਲਾਂ ਸੀਗੀਆਂ, ਮਿਸਲਾਂ ਤੋਂ ਮਹਾਰਾਜਾ ਰਣਜੀਤ ਸਿੰਘ ਰਾਜ ਨੇ। ਕੀ ਤੁਸੀਂ ਪੁੱਛਣ ਵਾਲਾ ਹੋਵੇ, ਉਦੋਂ ਕਿਸੇ ਨੇ ਅਨਾਉਂਸ ਨਹੀਂ ਕੀਤਾ ਸੀ, ਉਦੋਂ ਇੱਕ ਹਿੰਦੂ ਪਰਿਵਾਰ 'ਚ ਨੇ ਇੱਕ ਵੱਡਾ ਬੱਚੇ ਨੂੰ ਸਿੱਖ ਬਣਾਉਣ ਲੱਗ ਪਏ ਸੀ ਜੀ, ਕਿਸੇ ਨੇ ਅਨਾਉਂਸ ਤਾਂ ਨਹੀਂ ਕੀਤਾ ਸੀਗਾ। ਦਸਮ ਪਾਤਸ਼ਾਹ ਨੇ ਵੀ ਨਹੀਂ ਕਿਹਾ ਸੀਗਾ ਵੀ ਮੈਨੂੰ ਹਰ ਘਰ 'ਚੋਂ ਇੱਕ ਸਿੱਖ ਦਿਓ। ਉਹ ਆਪਣੇ ਆਪ ਸਿੱਖ ਕਿੱਦਾਂ ਬਣ ਗਏ, ਆਪਣੇ ਆਪ ਖਾਲਸੇ ਕਿੱਦਾਂ ਬਣ ਗਏ? ਸਾਡਾ ਕਿਰਦਾਰ ਵੱਡਾ ਸੀ। ਜਦੋਂ ਟ੍ਰੇਨ ਦੇ ਵਿੱਚ ਇੱਕ ਸਿੱਖ ਬੈਠਾ ਹੁੰਦਾ ਸੀ ਨਾ, ਤਾਂ ਕਹਿੰਦੇ ਸਿੱਖ ਬੈਠਾ ਵੀ ਹੁਣ ਧੀ ਭੈਣ ਸਾਡੀ ਸੁਰੱਖਿਅਤ ਹੈ। ਸਾਡਾ ਕਿਰਦਾਰ ਬੜਾ ਵੱਡਾ ਸੀ। ਅਸੀਂ ਆਪਣਾ ਕਿਰਦਾਰ ਹੀ ਐਡਾ ਵੱਡਾ ਕਰ ਦਈਏ ਕਿ ਸਾਨੂੰ ਕਹਿਣਾ ਨਾ ਪਵੇ, ਸਾਨੂੰ ਆਪ ਲੋਕ ਪਿਆਰ ਕਰਨ। ਤੇ ਦੂਜੀ ਗੱਲ ਹੈ, ਤੁਸੀਂ ਦੱਸੋ ਵੀ ਇਸ ਦੇਸ਼ ਵਿੱਚ ਇੱਕ ਸਿੱਖ ਦੀ ਆਈਡੀ ਤੇ ਇੱਕ ਹਿੰਦੂ ਦੀ ਆਈਡੀ 'ਚ ਫਰਕ ਹੈ? ਆਧਾਰ ਕਾਰਡ ਸਿੱਖ ਦਾ ਵੀ ਬਣਦਾ, ਆਧਾਰ ਕਾਰਡ ਹਿੰਦੂ ਦਾ ਵੀ ਬਣਦਾ, ਆਧਾਰ ਕਾਰਡ ਮੁਸਲਮਾਨ ਦਾ ਵੀ ਬਣਦਾ, ਆਧਾਰ ਕਾਰਡ ਈਸਾਈ ਦਾ ਬਣਦਾ। ਕੀ ਉਹਦੇ ਰੰਗ ਅਲੱਗ-ਅਲੱਗ ਦਿੱਤੇ ਜਾਂਦੇ ਆ? ਉੱਥੇ ਲਿਖਿਆ ਜਾਂਦਾ ਵੀ ਸਿੱਖ ਗੁਲਾਮ ਹੈ। ਕੀ ਜਦੋਂ ਪਾਸਪੋਰਟ ਬਣਦਾ ਕੀ ਸਾਡਾ ਰੰਗ ਅਲੱਗ ਕਰਕੇ ਸਾਨੂੰ ਗੁਲਾਮ ਲਿਖਿਆ ਜਾਂਦਾ? ਸੇਮ ਪਾਸਪੋਰਟ ਉਹਨਾਂ ਦਾ ਬਣਦਾ, ਸੇਮ ਪਾਸਪੋਰਟ ਸਾਡਾ ਬਣਦਾ। ਇਸ ਦੇਸ਼ ਦੇ ਵਿੱਚ ਜਿਹੜੀਆਂ ਕੰਮ ਨਹੀਂ ਹੋਏ ਸੀ, ਸੱਜਣ ਕੁਮਾਰ ਵਰਗੇ 84 ਦੇ ਕਾਤਲਾਂ ਨੂੰ ਅੰਦਰ ਸਿੱਟਿਆ ਮੋਦੀ ਸਾਹਿਬ ਨੇ। ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਅਸੀਂ ਕਿੰਨੇ ਸਮੇਂ ਤੋਂ ਅਰਦਾਸਾਂ ਕਰਦੇ ਆ ਰਹੇ ਸੀ, ਉਹ ਲਾਂਘਾ ਖੋਲਿਆ। ਸਾਡੇ ਸਿੱਖਾਂ ਦੀ ਜਿਹੜੀ ਕਾਲੀ ਸੂਚੀ ਕਾਂਗਰਸ ਵੱਲੋਂ ਬਣਾਈ ਗਈ ਸੀ ਜੀ, ਉਹ ਕਾਲੀ ਸੂਚੀ ਖਤਮ ਕੀਤੀ। ਜਿਸ ਲਾਲ ਕਿਲੇ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਫਰਮਾਨ ਕੀਤਾ ਗਿਆ ਸੀ, ਉਸ ਲਾਲ ਕਿਲੇ ਦੇ ਵਿੱਚ 400 ਸਾਲਾਂ ਦੇ ਝੰਡੇ ਝੂਲੇ ਨਾ, ਨਿਸ਼ਾਨ ਸਾਹਿਬ ਝੂਲੇ ਨਾ, ਗੁਰੂ ਸਾਹਿਬ ਆਪ ਬਿਰਾਜਮਾਨ ਹੋਏ ਨਾ, ਜੈਕਾਰੇ ਉੱਥੇ ਲੱਗੇ ਨਾ। ਤੇ ਇੰਨੀਆਂ ਚੀਜ਼ਾਂ ਜੇ ਆਪਣੀਆਂ ਚਲਦੀਆਂ ਪਈਆਂ, ਜੇ ਅੱਜ ਸਰਕਾਰ ਸਾਨੂੰ ਖੁੱਲ੍ਹੇਆਮ ਕਹਿ ਰਹੀ ਹੈ ਵੀ ਤੁਸੀਂ ਕੋਈ ਮੁੱਦਾ ਦਿਓ, ਅਸੀਂ ਹੱਲ ਕਰਨ ਤਿਆਰ। ਇਹ ਨਹੀਂ ਇੱਕ ਮੁੱਦੇ ਸਿੱਖਾਂ ਦੇ ਦਰਪੇਸ਼ ਮੁਸ਼ਕਲਾਂ ਹੋਰ ਵੀ ਬੜੀਆਂ ਹੈਗੀਆਂ, ਕਿਉਂਕਿ ਸਮੇਂ ਦੇ ਹਾਕਮਾਂ ਨੇ ਸਾਨੂੰ ਬਹੁਤ ਮਾਰਿਆ ਜੀ, ਸਮੇਂ ਦੇ ਹਾਕਮਾਂ ਨੇ ਸਾਡੇ ਹੱਕਾਂ ਤੇ ਡਾਕੇ ਬੜੇ ਮਾਰੇ ਆ। ਪਰ ਜੇ ਇੱਕ ਸਰਕਾਰ ਪਹਿਲੀ ਆਈ ਹੈ ਜਿਹੜੀ, ਦੇਖੋ ਅੱਜ ਤੱਕ ਕਦੀ ਮੁਗਲਾਂ ਨੇ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿੱਲੀ ਕੀਤਾ ਸੀਗਾ? ਜਿੱਥੇ ਦਿੱਲੀ ਬੈਠ ਕੇ ਆਪਣੇ ਤਖਤ ਜਾਂ ਆਪਣੇ ਜਿੱਥੇ ਉਹ ਰਹਿੰਦੇ ਸੀ, ਉੱਥੇ ਕਦੀ ਮੋਦੀ ਸਾਹਿਬ ਕਰ ਰਹੇ ਆ ਆਪਣੇ ਜਨਮ ਦਿਨ ਤੇ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਆ, ਸਿੱਖਾਂ ਦੀ ਪੱਗ ਬੰਨ੍ਹ ਰਹੇ ਆ। ਉਹ ਕੀ ਹੈ ਜੀ? ਜੇ ਆਪਾਂ ਹੱਲੇ ਵੀ ਨਹੀਂ ਸਮਝ ਰਹੇ, ਹੱਲੇ ਵੀ ਕਹਿੰਦੇ ਆ ਕਿ ਸਾਨੂੰ ਪਤਾ ਨਹੀਂ ਲੱਗ, ਇਹ ਫਿਰ ਇਹਦੇ ਪਿੱਛੇ ਕੀ ਕਾਰਨ ਹੈ? ਇਹ ਇੱਕ ਜਾਂਚ ਦਾ ਵਿਸ਼ਾ ਹੈ। ਪਰਮਾਤਮਾ ਕਰੇਗਾ। ਮੈਂ ਆਪਣੇ ਨੋਟ ਦੇਖੋ, ਮੈਂ ਜਿਹੜੇ ਕੁਝ ਤੱਤੇ ਬਿਆਨ ਦਿੰਦੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਇਹ ਨਹੀਂ ਵੀ ਉਹਨਾਂ ਨੂੰ ਛੱਡ ਦੇਣਾ ਚਾਹੀਦਾ, ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ, ਉਹਨਾਂ ਨਾਲ ਬੈਠ ਕੇ ਕਨਵਰਸੇਸ਼ਨ ਹੋਣੀ ਚਾਹੀਦੀ ਹੈ ਜੀ, ਵਾਰਤਾਲਾਪ ਹੋਣੀ ਚਾਹੀਦੀ ਹੈ। ਕਿਉਂ, ਕੀ ਕਾਰਨ ਹੈ ਵੀ ਉਹ ਸਾਡੇ ਤੋਂ ਵੱਖ ਕਿਉਂ ਆ, ਵੱਖਵਾਦੀ ਸਾਡੇ ਨਾਲ ਵਿਚਾਰਧਾਰਾ ਕਿਉਂ ਰੱਖਦਾ? ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਦੀ ਸਾਨੂੰ ਕੋਸ਼ਿਸ਼ਾਂ ਕਰਨੀ ਚਾਹੀਦੀ ਜੀ। ਜਦੋਂ ਤੁਸੀਂ ਅਕਾਲੀ ਦਲ ਦੇ ਵਿੱਚ ਸੀ ਜੀ, ਤਾਂ ਤੁਸੀਂ ਵੀ ਕਈ ਮਾਮਲਿਆਂ ਦੇ ਵਿੱਚ ਤੁਸੀਂ ਜੇਲ੍ਹਾਂ ਕੱਟੀਆਂ ਜੀ, ਤੇ ਉਦੋਂ ਤੁਹਾਡੀ ਬਿਆਨਬਾਜ਼ੀ ਕਿਸ ਤਰ੍ਹਾਂ ਦੀ ਹੁੰਦੀ ਸੀ, ਤੇ ਕੀ ਲੱਗਦਾ ਕਿ ਅੱਜ ਦੀ ਅਜੋਕੀ ਜਿਹੜੀ ਯੂਥ ਦੀ ਬਿਆਨਬਾਜ਼ੀ ਹੈ ਉਹਦੇ ਨਾਲ ਕਿੰਨੀ ਕੁ ਰਲਦੀ ਸੀ? ਦੇਖੋ, ਮੈਂ ਨਹੀਂ ਕਹਿੰਦਾ, ਇਨਸਾਨ ਸਿੱਖ ਦਾ ਕੰਮ ਤਾਂ ਸਿੱਖਣਾ ਹੀ ਹੈ ਜੀ। ਅੱਜ ਪ੍ਰੋਬਲਮ ਕੀ ਆ ਗਿਆ, ਸਿੱਖ ਨਹੀਂ ਰਿਹਾ, ਸਿਖਾ ਰਿਹਾ ਜੀ। ਜੇ ਸਿੱਖ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਚੱਲੂਗਾ ਤਾਂ ਉਹ ਸਿੱਖੇਗਾ, ਡੇਲੀ ਸਿੱਖੇਗਾ। ਜਦ ਸਾਡੇ ਗੁਰੂ ਸਾਹਿਬ ਕਹਿਣੇ ਹਮ ਕਹਿ ਰਹੇ ਆ, ਹਮ ਅਵਗੁਣ ਭਰੇ ਗੁਣ ਨਾਹੀ, ਅੰਮ੍ਰਿਤ ਛਾੜ ਬਿਕੇ ਬਿਕ ਖਾਈ, ਮਾਇਆ ਮੋਹ ਭਰਮ ਪੈ ਪੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ।
ਜਦ ਗੁਰੂ ਸਾਹਿਬ ਆਪ ਕਹਿ ਰਹੇ ਮੈਂ ਔਗਣਾ ਨਾ ਭਰਿਆ ਪਿਆ, ਸਾਡੇ 'ਚ ਕਿਹੜੇ ਗੁਣ ਆ ਗਏ? ਅਸੀਂ ਇਹ ਨਾ ਸੋਚੀਏ ਅਸੀਂ ਬਹੁਤ ਗੁਣਵਾਨ ਹੈ ਜੀ। ਧਰਮ ਦੇ ਠੇਕੇਦਾਰ ਨਾ ਬਣੀਏ ਵੀ ਧਰਮ ਨੂੰ ਆਪਣੇ ਪਿੱਛੇ ਚਲਾਉਣਾ। ਧਰਮ ਦਾ ਮਤਲਬ ਕੀ ਹੈ? ਧਰਮ ਦਾ ਮਤਲਬ ਇਹੀ ਹੈ ਕਿ ਇਨਸਾਨੀ ਆਪਣੇ ਇਨਸਾਨੀਅਤ ਦੇ ਵਿੱਚ ਰਵੇ, ਸਮਾਜ ਦਾ ਭਲਾ ਕਰੇ, ਇਹੀ ਧਰਮ ਹੈ। ਹੋਰ ਤਾਂ ਧਰਮ ਹੈ ਹੀ ਨਹੀਂ। ਮੈਂ ਫਿਰ ਉਹ ਦੁਬਾਰਾ ਉਸੇ ਗੱਲ ਤੇ ਆਣਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ 3 ਸਿਧਾਂਤ ਹੈ ਸਾਡੇ, ਹੋਰ ਕੋਈ ਸਿਧਾਂਤ ਨਹੀਂਗਾ। ਸਾਨੂੰ ਕੋਈ ਮਰਿਆਦਾ ਵੱਖਰੀ ਨਹੀਂ ਦਿੱਤੀ। 3 ਸਿਧਾਂਤ 'ਤੇ ਜੇ ਅਸੀਂ ਚੱਲ ਪਏਗੇ ਸਾਨੂੰ ਲੋਕ ਪਿਆਰ ਕਰਨਗੇ। ਤੇ ਜਿਹੜੇ ਲੋਕ ਅੱਜ ਬਿਆਨਬਾਜ਼ੀ, ਦੇਖੋ ਮੈਂ ਅਕਾਲੀ ਦਲ ਦੇ ਵਿੱਚ ਵੀ ਰਹਿ ਕੇ ਕੋਸ਼ਿਸ਼ ਇੱਕੋ ਹੀ ਕੀਤੀ ਹੈ, ਸਮਾਜ ਦੇ ਭਲੇ ਦੀ ਕੋਸ਼ਿਸ਼ ਕੀਤੀ। ਮੈਂ ਕਿਸੇ ਨਾਲ ਮੇਰੇ ਕਾਰਨ ਕਿਸੇ ਨੂੰ ਮਤਲਬ ਮੈਂ ਜਾਣ ਬੁੱਝ ਕੇ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਮੇਰੇ ਲੱਗਦਾ ਵੀ ਮੈਂ ਕਿਸੇ ਨੂੰ ਦੁੱਖ ਪਹੁੰਚਾਇਆ, ਉਹਦੇ ਲਈ ਮੈਂ ਅੱਜ ਵੀ ਮਾਫੀ ਮੰਗਦਾ, ਪਰ ਮੈਂ ਕਦੀ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਲੋਕਡਾਊਨ ਦੇ ਵਿੱਚ ਜ਼ਰੂਰਤ ਪਈ, ਇੱਕ ਲੀਡਰ ਦਾ ਕੰਮ ਹੁੰਦਾ ਸੇਵਾ ਕਰਨੀ। ਅਸੀਂ ਪਹਿਲੇ ਦਿਨ ਤੋਂ ਜਦੋਂ ਬਾਹਰ ਨਿਕਲੇ ਸੀਗੇ, ਪਹਿਲੇ ਦਿਨ ਹੀ ਮੈਨੂੰ ਪ੍ਰੈਸ ਨੇ ਸਵਾਲ ਪਾਇਆ ਸੀ ਵੀ ਬਾਕੀ ਵੀ ਅੰਦਰ ਬੈਠੇ ਆ, ਮੌਤ ਤੋਂ ਡਰ ਨਹੀਂ ਲੱਗਦਾ, ਤੁਸੀਂ ਅੰਦਰ ਕਿਉਂ ਨਹੀਂ ਬੈਠੇ? ਤੇ ਮੈਂ ਉਸ ਦਿਨ ਵੀ ਇਹੀ ਗੱਲ ਕਹੀ ਸੀ ਵੀ ਕਿ ਲੀਡਰ ਦਾ ਕੰਮ ਹੁੰਦਾ, ਨੇਤਾ ਦਾ ਕੰਮ ਹੁੰਦਾ ਸਮਾਜ 'ਚ ਜੇ ਕੋਈ ਪ੍ਰੋਬਲਮ 'ਚ ਹੈ ਉਹਦੇ ਲਈ ਬਾਹਰ ਨਿਕਲਣਾ। ਇਹ ਕੰਮ ਨਹੀਂ ਹੁੰਦਾ ਵੀ ਅਸੀਂ ਲੁੱਕ ਕੇ ਬਹਿ ਜਾਈਏ, ਮੌਤ ਤੋਂ ਡਰ ਕੇ ਬਹਿ ਜਾਈਏ। ਸਾਡੇ ਗੁਰੂ ਸਾਹਿਬ ਨਹੀਂ ਡਰੇ ਜੀ। ਜੇ ਦਿੱਲੀ 'ਚ ਚੇਚਕ ਦੀ ਬਿਮਾਰੀ ਆਈ ਤੇ ਪਾਤਸ਼ਾਹ ਨੇ ਆਪਣੇ ਤੇ, ਹਰਿਕ੍ਰਿਸ਼ਨ ਮਹਾਰਾਜ ਨੇ ਆਪਣੇ ਤੇ ਲਈ ਹੈ ਨਾ ਜੀ, ਲੋਕਾਂ ਦਾ ਭਲਾ ਕੀਤਾ। ਤੇ ਜੇ ਸਾਡੇ ਗੁਰੂ ਸਾਹਿਬ ਤੋਂ ਜੀਵਨ ਤੋਂ ਸਿੱਖਾਂਗੇ ਤੇ ਫਿਰ ਲੋਕਾਂ ਲਈ ਜੀਵਨ ਹੋਊਗਾ। ਜਦੋਂ ਅਸੀਂ ਅੰਮ੍ਰਿਤ ਦੀ ਦਾਤ ਲਈ ਸੀ ਉਦੋਂ ਸੀਸ ਦੇ ਕੇ ਲਈ ਸੀ, ਤੇ ਫਿਰ ਸੀਸ ਦਿੱਤਾ ਹੋਇਆ ਹੁਣ ਸਾਡਾ। ਅਸੀਂ ਤਾਂ ਸੀਸ ਦੇ ਕੇ ਸਮਾਜ ਦਾ ਭਲਾ ਕਰੀਏ, ਹੋਰ ਕੁਝ ਨਹੀਂ ਹੈ, ਹੋਰ ਕੋਈ ਸਿਧਾਂਤ ਨਹੀਂ ਹੈ। ਸਮਾਜ ਦਾ ਭਲਾ ਕਰ ਲਓ, ਤੁਹਾਡਾ ਕਿਰਦਾਰ ਉੱਚਾ ਹੋ ਜਾਊਗਾ ਜੀ। ਇੱਕ ਵਾਰੀ ਤੁਹਾਡੇ ਤੇ 57 ਦਾ ਜੋ ਕੇਸ ਹੋਇਆ ਸੀ, ਉਹਦੇ ਵਿੱਚ ਤੁਸੀਂ 19 ਦਿਨ ਜੇਲ੍ਹ ਦੇ ਵਿੱਚ ਰਹੇ ਹੋ। ਉਹਦੀ ਕੀ ਕਹਾਣੀ ਸੀ, ਕੀ ਕਾਰਨ ਸੀ 19 ਦਿਨ ਰਹਿਣ ਦਾ? ਇੱਕ ਕੇਸ ਨਹੀਂ ਹੋਏ, ਮੇਰੇ ਤੇ ਬੜੇ ਕੇਸ ਸਰਕਾਰਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਤੁਸੀਂ ਪਹਿਲਾ ਕੇਸ ਦੀ ਗੱਲ ਕਰ ਰਹੇ ਹੋ 57, ਭਾਈ ਰੱਜੋਆਣਾ ਸਾਹਿਬ ਦੀ, ਅਸੀਂ ਉਦੋਂ ਗੱਲ ਹੋ ਗਈ ਸੀ, ਫਾਂਸੀ ਦੀ ਗੱਲ ਹੋ ਗਈ ਸੀ ਵੀ ਫਾਂਸੀ ਦੇ ਰਿਹਾ ਜੀ। ਉਦੋਂ ਪੰਥਕ ਧਿਰਾਂ ਇਕੱਠੀਆਂ ਹੋਈਆਂ ਸੀ। ਉਦੋਂ ਉਹਨਾਂ ਨੇ ਇੱਕ ਗੱਲ ਕੀਤੀ ਸੀ ਕਿ ਆਪਾਂ ਪੰਜਾਬ ਬੰਦ ਦੀ ਕਾਲ ਦਿੱਤੀ ਸੀ, ਤੇ ਉਹਦੇ ਵਿੱਚ ਮੇਰੀ ਡਿਊਟੀ ਲੁਧਿਆਣੇ ਲੱਗੀ ਸੀ, ਹਰ ਬੰਦੇ ਦੀ ਅਲੱਗ-ਅਲੱਗ ਡਿਊਟੀ ਲੱਗੀ ਸੀ। ਉਦੋਂ ਸਮੇਂ ਦੀ ਸਰਕਾਰ ਅਕਾਲੀ ਦਲ ਦੀ ਸੀਗੀ, ਤੇ ਉਹਨਾਂ ਨੇ ਜਦੋਂ ਦੇਖਿਆ ਵੀ ਇਹਨੇ ਫਾਂਸੀ ਦੇ ਉੱਤੇ ਅਸੀਂ ਪ੍ਰੋਟੈਸਟ ਕੀਤਾ ਸੀ ਵੀ ਫਾਂਸੀ ਨਹੀਂ ਹੋਣੀ ਚਾਹੀਦੀ, ਤੇ ਉਹਨਾਂ ਨੇ ਮੈਨੂੰ ਜੇਲ੍ਹ 'ਚ ਡੱਕਤਾ ਸੀ। ਅਸੀਂ ਜਾਂਦੇ ਸਰ ਬਿਆਨ ਦਿੱਤਾ ਸੀਗਾ, ਮੇਰੇ ਨਾਲ ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਸਵਿੰਦਰ ਸਿੰਘ ਬੱਲੀਵਾਲ ਸਾਹਿਬ, ਹੋਰ ਵੀ ਪੰਥਕ ਧਿਰਾਂ, ਦਾਦੂਵਾਲ ਸਾਹਿਬ ਹੋ ਗਏ, ਮਾਨ ਸਾਹਿਬ ਹੋ ਗਏ, ਸਾਰੇ ਜੇਲ੍ਹਾਂ ਦੇ ਵਿੱਚ ਗਏ ਸੀ। ਤੇ ਮੈਂ ਜਾਂਦੇ ਸਰ ਬਿਆਨ ਦਿੱਤਾ ਸੀ ਕਿ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਜੀ, ਕਿਉਂਕਿ ਅਸੀਂ ਕੋਈ ਕਸੂਰ ਤਾਂ ਕੀਤਾ ਨਹੀਂ ਸੀ, ਕਿਸੇ ਨਾਲ ਧੱਕਾ ਤਾਂ ਕੀਤਾ ਨਹੀਂ ਸੀ, ਪੀਸਫੁਲੀ ਬੰਦ ਕਰਾਇਆ ਸੀਗਾ ਜੀ। ਪਰ ਸਮੇਂ ਦੀ ਹਾਕਮ ਆਪਣੀ ਆਪਣੀ ਪਾਵਰ ਵਰਤਦੇ, ਉਦੋਂ ਅਕਾਲੀ ਦਲ ਦੀ ਸਰਕਾਰ ਸੀ। 19ਵੇਂ ਦਿਨ ਪ੍ਰਮਾਤਮਾ ਨੇ ਕਿਰਪਾ ਕੀਤੀ, ਜਿਹੜੀ ਉਹਦੀ ਬਖਸ਼ਿਸ਼ ਹੀ ਹੋਈ। ਕਹਿੰਦੇ ਨਾ ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਆਟੇ। 6ਵੇਂ ਪਾਤਸ਼ਾਹ ਤਾਂ 52 ਰਾਜੇ ਕੱਢ ਲਿਆ ਸੀ ਜੀ, ਤੇ ਉਹ ਜੋ ਬਗੈਰ ਜ਼ਮਾਨਤ ਤੋਂ ਬਾਹਰ ਆਏ ਸੀਗੇ। ਤੇ ਇਸ ਗੱਲ ਦੀ ਮੈਂ ਸਮਝਦਾ ਵੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਸੰਗਤ ਦੀ ਅਰਦਾਸਾਂ ਨਾਲ ਮੈਂ ਬਾਹਰ ਆਇਆ ਸੀ। ਸਮੇਂ ਦੀ ਹਾਕਮਾਂ ਕਰਦੀਆਂ, ਹੋਰ ਵੀ ਪਰਚੇ ਕੀਤੇ ਆ। ਰਾਜੀਵ ਗਾਂਧੀ ਦਾ ਮਾਮਲਾ ਵੀ ਅਸੀਂ ਬੁੱਤ ਖਾਲਾ ਕੀਤਾ ਸੀ, ਉਦੋਂ ਵੀ ਪਰਚੇ ਦਰਜ ਹੋਏ ਆ ਜੀ। ਸਮੇਂ ਦੀ ਹਾਕਮਾਂ ਕਰਦੇ, ਉਦੋਂ ਵੀ ਮੈਂ 10 ਦਿਨ ਜੇਲ੍ਹ ਦੇ ਵਿੱਚ ਲਾਇਆ। ਮਤਲਬ ਕਹਿਣ ਦਾ ਮਤਲਬ ਹੈ ਸਮੇਂ ਦੇ ਹਾਕਮਾਂ ਨੇ ਕੰਮ ਕਰਨੇ ਆ ਜੀ। ਪਰ ਅਸੀਂ ਇੱਕ ਧਈਆ ਕਰਕੇ ਜਾਈਏ ਵੀ ਸੱਚ ਦੇ ਰਾਹ ਤੇ ਚੱਲਾਂਗੇ, ਔਖਾ ਬੜਾ ਹੈ, ਸੌਖਾ ਨਹੀਂ ਹੈਗਾ। ਮੈਂ ਨਹੀਂ ਕਹਿੰਦਾ ਮੈਂ ਸੱਚਾ, ਕੋਸ਼ਿਸ਼ ਕਰਦੇ ਆ ਵੀ ਸੱਚ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦੇ। ਹਾਂ, ਵਿਰੋਧੀ ਬੜੇ ਹੁੰਦੇ ਆ, ਵਿਰੋਧ ਬੜਾ ਕਰਦੇ ਵੀ ਇਹ ਆਹ ਕਰ ਰਿਹਾ ਜੀ, ਇਹ ਫਲਾਣਾ ਇਹਦਾ ਜੀ, ਇਹ ਫਲਾਣੇ ਦਾ ਜੀ, ਕਦੇ ਇਹਦਾ ਏਜੰਟ ਹੈ, ਮੈਂ ਤਾਂ ਗੁਰੂ ਸਾਹਿਬ ਦਾ ਏਜੰਟ ਹੈ, ਤੇ ਗੁਰੂ ਸਾਹਿਬ ਦੇ ਏਜੰਟ ਦੇ ਰੂਪ 'ਚ ਕੰਮ ਕਰਦਾ ਰਹੂੰਗਾ। ਪਰ ਪਰਮਾਤਮਾ ਬਖਸ਼ਿਸ਼ ਕਰੇ ਤਾਂ, ਜੇ ਹੋ ਸਕਦਾ ਕਿਸੇ ਵੇਲੇ ਭਟਕ ਜਾਈਏ, ਪਰ ਜੇ ਪਰਮਾਤਮਾ ਬਖਸ਼ਿਸ਼ ਕਰੇ ਤੇ ਇਹ ਰਾਹ 'ਚ ਔਕੜਾਂ ਆਉਂਦੀਆਂ ਰਹਿੰਦੀਆਂ, ਪਰਚੇ ਵੀ ਦਰਜ ਹੁੰਦੇ, ਪਰਚਾ ਖਰਚਾ ਤੇ ਚੱਲਦੇ ਰਹਿੰਦਾ। ਤੇ ਚਰਚਾ ਵੀ ਤਾਂ ਹੀ ਹੈ ਜੇ ਪਰਮਾਤਮਾ ਦੇ ਰਾਹ ਤੇ ਚੱਲਾਂਗੇ ਤੇ ਚਰਚਾ ਤਾਂ ਬਣੂਗੀ ਪਰਮਾਤਮਾ ਦੇ ਹੱਥ। ਤੇ ਹੁਣ ਕੇਂਦਰ ਦੀ ਸਰਕਾਰ ਤੇ ਭਰੋਸਾ ਹੈ ਕਿ ਪੰਜਾਬ ਦੇ ਜਿਹੜੇ ਹੱਕ ਹੈ ਪੰਜਾਬ ਦੇ, ਉਹ ਪੰਜਾਬ ਨੂੰ ਮਿਲਣਗੇ। ਜੋ ਸਿੱਖਾਂ ਦੇ ਹੱਕ, ਜਿਵੇਂ ਤੁਸੀਂ ਗੱਲ ਕੀਤੀ, ਭਾਈ ਰਾਜੋਆਣਾ ਦੀ ਫਾਂਸੀ ਮਾਫੀ ਹੋਈ, ਤੇ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੁੰਦੀ ਹੈ, ਕਿ ਉਮੀਦ ਹੈ ਕਿ ਇਹ ਕੇਂਦਰ ਦੀ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਕੁਝ ਕਰੇ? ਅਮਨਦੀਪ ਜੀ ਬਿਲਕੁਲ। ਦੇਖੋ ਅਸੀਂ ਇੱਕ ਵਫਦ ਵੀ ਲੈ ਗਏ ਸੀ, ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਸਾਹਿਬ ਨੂੰ ਮਿਲੇ ਸੀ, ਕਿਉਂਕਿ ਘੱਟ ਗਿਣਤੀਆਂ ਦੇ ਚੇਅਰਮੈਨ ਹੈ ਮਿਨਿਓਰਟੀ ਦੇ। ਉਹਨਾਂ ਨੂੰ ਵੀ ਮਿਲ ਕੇ ਡਿਮਾਂਡ ਕੀਤੀ ਆ। ਹੋਰ ਵੀ ਮੁੱਦੇ ਬੜੇ ਹੈਗੇ ਜੀ, ਬੜੀ ਛੇਤੀ ਉਸ ਮੁੱਦਿਆਂ ਦੇ ਹੱਲ ਨਿਕਲਣਗੇ, ਇਹ ਸਾਨੂੰ ਪੂਰਾ ਭਰੋਸਾ ਹੈ। ਦੂਜੀ ਗੱਲ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਦੇਖੋ ਤੁਹਾਨੂੰ ਯਾਦ ਹੋਣਾ ਵੀ ਯਹੂਦੀਆਂ ਤੇ ਜਦੋਂ ਸੰਕਟ ਆ ਗਿਆ ਜੀ, ਉਹਨਾਂ ਨੇ ਆਪਸ 'ਚ ਮਤਾ ਪਕਾਇਆ, ਤੇ ਇੱਕ ਸਿਆਣੇ ਬੰਦੇ ਨੇ ਕਿਹਾ ਸੀ ਵੀ ਸਾਡੀ ਅੱਜ ਕੌਮ ਨੂੰ ਪੜ੍ਹਨਾ ਲਿਖਣਾ ਚਾਹੀਦਾ ਜੀ, UPSC ਕਰੀਏ, ਵੱਡੇ ਵੱਡੇ ਅਫਸਰ ਬਣੀਏ, ਤੇ ਸਾਡਾ ਉਹ ਅੱਜ ਕਿੰਨੇ ਦੇਸ਼ਾਂ ਦੇ ਵਿੱਚ ਉਹਨਾਂ ਦਾ ਰਾਜ ਚੱਲਦਾ ਜੀ, ਸੈਟੇਲਾਈਟ ਤੱਕ ਉਹਨਾਂ ਦੇ ਚੱਲਦੇ ਆ ਜੀ। ਤੇ ਸਾਡੀ ਸਿੱਖ ਕੌਮ ਨੂੰ ਅੱਜ ਮੈਂ ਸੰਦੇਸ਼ ਦਿੰਦਾ ਇੱਥੇ, ਸਿੱਖ ਕੌਮ ਦਾ ਮਤਲਬ ਪੰਜਾਬੀ ਹੈ, ਖਾਲਸੇ ਦਾ ਮਤਲਬ ਹੈ ਗੁਰੂ ਸਾਹਿਬ ਦੀ ਭੋਲ ਚੱਕਣ ਵਾਲਾ, ਸਿੱਖ ਦਾ ਮਤਲਬ ਹੈ ਕੋਈ ਵੀ ਸਿੱਖ ਸਕਦਾ ਜੀ। ਭਾਈ ਸਤੀ ਦਾਸ ਜੀ ਸਿੱਖ ਸੀਗੇ ਜੀ, ਭਾਈ ਮਤੀ ਦਾਸ ਜੀ ਸਿੱਖ ਸੀਗੇ, ਭਾਈ ਦਿਆਲਾ ਜੀ ਸਿੱਖ ਸੀਗੇ,
ਸਿੱਖ ਸੀ ਜਿਹੜੇ ਸਿੱਖ ਰਹੇ ਸੀਗੇ, ਜਿਹੜੇ ਗੁਰੂ ਰਾਹ ਤੇ ਦੱਸੇ ਰਾਹ ਤੇ ਚੱਲ ਰਹੇ ਸੀ, ਜਿਹੜੇ ਗੁਰੂ ਸਾਹਿਬ ਦੀ ਸਿੱਖਿਆ ਨਾਲ ਚੱਲ ਰਹੇ ਸੀ। ਭਾਈ ਟੋਡਰ ਮੱਲ ਜੀ ਹੈ, ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਬੜੇ ਵੱਡੇ ਸ਼ਬਦਾਂ 'ਚ ਬੜੇ ਮਾਣ ਨਾਲ ਨਾਮ ਲਿੱਤਾ ਜਾਂਦਾ, ਜਿਨ੍ਹਾਂ ਨੇ ਉਹ ਕੰਮ ਕਰ ਦਿਖਾਇਆ। ਐਡਾ ਵੱਡੀ ਜਗ੍ਹਾ ਜਿਹੜੀ ਅੱਜ ਤੱਕ ਕੋਈ ਇੰਨੀ ਮਹਿੰਗੀ ਜਗ੍ਹਾ ਨਹੀਂ ਖਰੀਦ ਸਕਿਆ। ਮੋਤੀ ਰਾਮ ਮਹਿਰਾ ਸੀਗੇ, ਜਿਨ੍ਹਾਂ ਨੇ ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਦੁੱਧ ਛਕਾਉਂਦੇ ਸੀਗੇ ਤੇ ਉਹਨਾਂ ਦਾ ਸਾਰਾ ਪਰਿਵਾਰ ਕੋਹਲੂ 'ਚ ਭੇਟ ਦਿੱਤਾ ਗਿਆ ਸੀ। ਉਹ ਵੀ ਤਾਂ ਸਿੱਖ ਸੀਗੇ ਨਾ। ਸਿੱਖ ਦਾ ਕੰਮ ਸਿੱਖਣਾ। ਸਿੱਖਾਂ ਨੂੰ ਅੱਜ ਬੇਨਤੀ ਮੈਂ ਕਰਦਾ, ਸਿੱਖ ਕੋਈ ਵੀ ਉਸਦਾ, ਕਿਸੇ ਵੀ ਧਰਮ ਬੰਦਿਸ਼ ਨਹੀਂ ਹੈਗਾ। ਸਿੱਖ ਵਾਸਤੇ ਧਰਮ ਬੰਦਿਸ਼ ਨਹੀਂ ਹੈਗੀ ਜੀ। ਸਾਰਿਆਂ ਨੂੰ ਬੇਨਤੀ ਕਰਨਾ ਵੀ ਅੱਜ ਸਾਨੂੰ ਜ਼ਰੂਰਤ ਕੀ ਹੈ, ਅੱਜ ਆਪਣੀ ਕੌਮ ਨੂੰ ਯਹੂਦੀਆਂ ਦੇ ਰਾਹ ਤੇ ਚਲਾਈਏ, ਪੜ੍ਹਾਈਏ, ਲਿਖਾਈਏ। ਅੱਜ ਪੰਜਾਬ ਦੇ ਬੱਚੇ ਤਾਂ +2 ਕਰਕੇ ਆਇਲਸ ਕਰ ਰਹੇ। ਮੈਂ ਨਾ ਗੁਜਰਾਤ ਦੇ ਬੱਚਿਆਂ ਨਾਲ ਬੈਠਿਆ, ਉਹਨਾਂ ਨੂੰ ਪੁੱਛਿਆ ਕੀ ਬਣਨਾ ਚਾਹੁੰਦੇ ਹੋ, ਕਹਿੰਦੇ ਅਡਾਨੀ ਅੰਬਾਨੀ ਬਣਨਾ ਸੀ, ਵੱਡੇ ਬਿਜ਼ਨਸਮੈਨ ਬਣਨਾ। ਯੂਪੀ ਗਿਆ, ਬਿਹਾਰ ਗਿਆ, ਉੱਤਰਾਖੰਡ ਗਿਆ, ਰਾਜਸਥਾਨ ਗਿਆ, ਹਿਮਾਚਲ ਗਿਆ, ਮੈਂ ਕੀ ਬਣਨਾ, ਕਹਿੰਦੇ UPSC ਕਰਨੀ ਹੈ, IPS ਬਣਨਾ, IFS ਬਣਨਾ, IRS ਬਣਨਾ। ਤੇ ਜਦੋਂ ਪੰਜਾਬ ਦੇ ਬੱਚਿਆਂ ਨਾਲ ਪੁੱਛਦੇ ਆ, ਆਮ ਤਕਰੀਬਨ ਜਦੋਂ ਪੁੱਛਦੇ ਹੋ ਕਹਿੰਦੇ ਆਇਲਸ ਕਰਨਾ, ਬਾਹਰ ਜਾਣਾ। ਹੁਣ ਅਮਨਦੀਪ ਜੀ ਜਿਹੜਾ +2 ਕਰਕੇ ਬਾਹਰ ਜਾਊਗਾ, ਉੱਥੇ ਜਾ ਕੇ ਦੇਖੋ ਉਹਦੀ ਮਜਬੂਰੀ ਆ, ਉਹਨੂੰ ਕੰਮ ਕਰਨਾ ਪਊਗਾ ਉੱਥੇ ਜੀ। ਮੈਂ ਕਿਸੇ ਕੰਮ ਨੂੰ ਛੋਟਾ ਵੱਡਾ ਨਹੀਂ ਕਹਿੰਦਾ, ਕੰਮ ਸਾਰੇ ਵਧੀਆ ਹੁੰਦੇ ਜੀ, ਛੋਟੇ ਤੋਂ ਲੈ ਕੇ ਵੱਡੇ ਤੱਕ ਕੰਮ ਸਾਰੇ ਬਰਾਬਰ ਹੈ, ਕੋਈ ਕੰਮ ਛੋਟਾ ਵੱਡਾ ਨਹੀਂ ਹੈ। ਪਰ ਜਦੋਂ ਆਪਾਂ ਜਿਹੜੇ ਕੰਮ 'ਚ ਆਪਾਂ ਜੇ ਲੇਬਰ 'ਚ ਪੈਂਦੇ ਆ ਤੇ ਫਿਰ ਸਾਡੀ ਸੋਚ ਉਸ ਉਹਦਾ ਦਾਇਰਾ ਸੀਮਤ ਹੋ ਜਾਂਦਾ। ਜਦੋਂ ਆਪਾਂ ਪੜ੍ਹਦੇ ਲਿਖਦੇ ਹਾਂ, ਹੁਣ ਆਪਾਂ ਨੂੰ ਚਾਹੀਦਾ IT ਹੱਬ 'ਚ ਜਾਈਏ, ਵਕੀਲ ਬਣੀਏ, ਤੁਹਾਡੇ ਵਾਂਗੂ ਪ੍ਰੈਸ ਦੇ ਵਿੱਚ ਜਾਈਏ, ਕਲਮ ਤੁਹਾਡੇ ਹੱਥ ਧਨੀ ਹੋਣਾ ਚਾਹੀਦਾ, ਸਾਡੀ ਕੌਮ ਨੂੰ ਧਨੀ ਹੋਣਾ ਚਾਹੀਦਾ। ਜਦੋਂ ਅਸੀਂ ਪੜ੍ਹਾਂਗੇ ਲਿਖਾਂਗੇ ਤੇ ਕੌਮ ਨੂੰ ਸਿੱਧੇ ਰਾਹ 'ਤੇ ਲੈ ਕੇ ਜਾਵਾਂਗੇ, ਦੱਸਾਂਗੇ ਸਾਡਾ ਕਾਨੂੰਨ ਕੀ ਹੈ। ਸਾਡੇ ਕੋਲ ਕਾਨੂੰਨ ਬਹੁਤ ਹੈ ਜੀ। ਹੁਣ ਇੱਕ ਕਾਨੂੰਨ ਹੀ ਹੈ ਨਾ, ਜੇ ਸਾਡੇ ਕੋਈ ਧਰਮ ਦੀ ਸਾਡੀ ਭਾਵਨਾ ਨੂੰ ਠੇਸ ਪਹੁੰਚਾਉਂਦਾ, ਅਸੀਂ 295 ਲਾ ਕੇ ਉਹਨੂੰ ਜੇਲ੍ਹਾਂ ਦੇ ਅੰਦਰ ਸਿੱਟ ਦਿੰਦੇ ਜੀ। ਇਹ ਕਾਨੂੰਨ ਹੀ ਹੈ ਨਾ, ਕਾਨੂੰਨ ਦੇ ਤਹਿਤ ਹੀ ਸਿੱਟਦੇ ਆ ਨਾ। ਜੇ ਸਾਡੇ ਕੋਲ ਕਾਨੂੰਨ ਹੀ ਨਹੀਂ ਹੋਊਗਾ, ਇਕੱਲੇ ਹਥਿਆਰਾਂ ਦਾ ਕਾਨੂੰਨ ਤਾਂ ਨਹੀਂ ਚੱਲਦਾ ਨਾ, ਹਥਿਆਰਾਂ ਦਾ ਕਾਨੂੰਨ ਚੱਲਦਾ ਬਾਰਡਰ ਦੇ ਉੱਤੇ ਜੀ। ਬਾਰਡਰ ਦੇ ਅੰਦਰ ਕੋਈ ਇਹੋ ਜਿਹੀ ਗੱਲ ਨਹੀਂ। ਅੱਜ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਪੜ੍ਹੀਏ ਲਿਖੀਏ, ਆਪਣੇ ਸਮਾਜ ਜਿਹੜਾ ਪੜ੍ਹਿਆ ਲਿਖਿਆ ਹੋਊਗਾ ਆਪਣੇ ਸਮਾਜ ਨੂੰ ਤਰੱਕੀ ਦੀ ਰਾਹ ਕੇ ਲੈ ਕੇ ਜਾਊਗਾ। ਅੱਜ ਸਾਡੇ ਬੱਚੇ ਦੇਖਦੇ ਆ ਵੀ ਸਾਡੇ UP ਤੋਂ ਕੋਈ IPS ਲੱਗ ਰਿਹਾ ਜੀ, ਕੋਈ ਬਿਹਾਰ ਤੋਂ ਲੱਗ ਰਿਹਾ, ਕੋਈ ਗੁਜਰਾਤ ਤੋਂ ਲੱਗ ਰਿਹਾ, ਕੋਈ ਕਿੱਥੋਂ ਆ ਰਿਹਾ। ਤੇ ਜੇ ਸਾਡੇ ਬੱਚੇ ਵੀ ਬਾਹਰ ਜਾ ਕੇ IPS ਬਣਨਗੇ, IFS ਬਣਨਗੇ, IRS ਬਣਨਗੇ, ਵਿਦੇਸ਼ਾਂ 'ਚ ਜਾਣਗੇ IFS ਬਣ ਕੇ, ਤੇ ਮੇਰੇ ਹਿਸਾਬ ਨਾਲ ਜ਼ਿਆਦਾ ਤਰੱਕੀ ਹੋਊਗੀ। ਉਹਦੇ ਵਿੱਚ ਸਾਡੀ ਪ੍ਰਾਪਤੀ ਵੀ ਹੋਊਗੀ, ਸਾਨੂੰ ਸੁੱਖ ਵੀ ਮਿਲੂਗਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਇਸ ਤਰ੍ਹਾਂ ਦੇ ਹੋਰ ਮੀਨਿੰਗਫੁਲ ਡਿਸਕਸ਼ਨ ਲੈ ਕੇ ਆਉਂਦੇ ਰਵਾਂਗੇ। ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।